ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 12ਵੀਂ ਦਾ ਪਾਠ ਨੰਬਰ 3 ਕੰਪਿਊਟਰ ਨੈਟਵਰਕ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਉਦੇਸ਼ ਬਾਰੇ ਜਾਣ ਲੈਂਦੇ ਹਾਂ। ਇਸ ਵਿੱਚ ਸਾਡੇ ਕੋਲ ਇਸ ਪਾਠ ਦਾ ਪਹਿਲਾ ਟੌਪਿਕ ਹੈ ਨੈਟਵਰਕ ਨਾਲ ਜਾਣ ਪਛਾਣ, ਨੈਟਵਰਕ ਦੀ ਜ਼ਰੂਰਤ, OSI ਲੇਅਰ, ਨੈਟਵਰਕਿੰਗ ਡਿਵਾਈਸ, ਸੰਚਾਰ ਮੀਡੀਆ, ਸੰਚਾਰ ਮੋਡ, ਨੈਟਵਰਕ ਸ਼ੇਅਰਿੰਗ, ਪ੍ਰੋਟੋਕੋਲ, ਨੈਟਵਰਕ ਕੰਪੋਨੈਂਟ ਐਡਰੈਸ ਤੇ ਲਾਸਟ ਵਿੱਚ ਅਸੀਂ ਇਸ ਪਾਠ ਦਾ ਜਿਹੜਾ ਅਭਿਆਸ ਜਾਂ ਦੁਹਰਾਈ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ ਕੰਪਿਊਟਰ ਨੈਟਵਰਕ ਕੀ ਹੁੰਦਾ ਹੈ। ਸੋ ਕੰਪਿਊਟਰ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਜੋ ਕਿ ਨੈਟਵਰਕ ਵਿੱਚ ਤਾਰਾਂ, ਟੈਲੀਫੋਨ ਲਾਈਨਾਂ, ਰੇਡੀਓ ਤਰੰਗਾਂ, ਸੈਟੇਲਾਈਟ ਜਾਂ ਇਨਫਰਾਰੈਡ ਦੀਆਂ ਤਰੰਗਾਂ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ ਤਾਂ ਜੋ ਫਾਈਲਾਂ ਦੀ ਅਦਲਾ ਬਦਲੀ ਜਾਂ ਸਰੋਤਾਂ ਦੀ ਸਾਂਝ ਕੀਤੀ ਜਾ ਸਕੇ। ਸੋ ਨੈਟਵਰਕ ਰਾਹੀਂ ਕਈ ਯੂਜ਼ਰਾਂ ਵਿਚਕਾਰ ਸਾਫਟਵੇਅਰ ਅਤੇ ਹਾਰਡਵੇਅਰ ਸਰੋਤਾਂ ਦੀ ਸਾਂਝ ਕਰ ਸਕਦੇ ਹਾਂ। ਸੋ ਕੰਪਿਊਟਰ ਵਿੱਚ ਨੈਟਵਰਕ ਕਨੈਕਸ਼ਨ ਕੇਬਲ ਤਾਰਾਂ ਦੁਆਰਾ ਬਣੇ ਹੁੰਦੇ ਹਨ, ਪਰ ਰੇਡੀਓ ਸਿਗਨਲ ਰਾਹੀਂ ਟੈਲੀਫੋਨ ਤਾਰਾਂ ਜਾਂ ਹੋਰ ਲੰਮੀ ਦੂਰੀ ਵਾਲੇ ਸੈਟੇਲਾਈਟ ਲਿੰਕ ਰਾਹੀਂ ਵੀ ਨੈਟਵਰਕ ਕਨੈਕਸ਼ਨ ਬਣਾਏ ਜਾ ਸਕਦੇ ਹਨ। ਸੋ ਅੱਗੇ ਅਸੀਂ ਹੁਣ ਨੈਟਵਰਕਿੰਗ ਦੀ ਜ਼ਰੂਰਤ ਬਾਰੇ ਜਾਣ ਲੈਂਦੇ ਹਾਂ। ਸੋ ਫਾਈਲਾਂ ਅਤੇ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਅਤੇ ਇਸ ਨੂੰ ਆਪਣੇ ਕੰਪਿਊਟਰ ਤੋਂ ਕਿਸੇ ਦੂਜੇ ਕੰਪਿਊਟਰ ਨਾਲ ਸੰਚਾਰ ਕਰਨ ਲਈ ਸਾਨੂੰ ਕੰਪਿਊਟਰ ਨੈਟਵਰਕਿੰਗ ਦੀ ਜ਼ਰੂਰਤ ਪੈਂਦੀ ਹੈ, ਜਿਸ ਵਿੱਚ ਸਾਡੇ ਕੋਲ ਇਸ ਦਾ ਪਹਿਲਾ ਪੁਆਇੰਟ ਹੈ ਨੈਟਵਰਕ ਈਮੇਲ ਰਾਹੀਂ ਸੰਚਾਰ, ਵੀਡੀਓ ਕਾਨਫਰੰਸਿੰਗ, ਤੁਰੰਤ ਸੰਦੇਸ਼ ਭੇਜਣ ਆਦਿ ਲਈ ਵਰਤਿਆ ਜਾਂਦਾ ਹੈ। ਦੂਸਰਾ ਪੁਆਇੰਟ ਹੈ ਨੈਟਵਰਕ ਬਹੁਤ ਸਾਰੇ ਯੂਜ਼ਰ ਨੂੰ ਇੱਕੋ ਹੀ ਹਾਰਡਵੇਅਰ ਦੀ ਸਾਂਝ ਕਰਨ ਦੀ ਆਗਿਆ ਦਿੰਦੇ ਹਨ, ਜਿਵੇਂ ਕਿ ਪ੍ਰਿੰਟਰ ਅਤੇ ਸਕੈਨਰ। ਤੀਸਰਾ ਪੁਆਇੰਟ ਹੈ ਨੈਟਵਰਕ ਫਾਈਲਾਂ ਦੀ ਸਾਂਝ ਕਰਨ ਲਈ ਵੀ ਵਰਤਿਆ ਜਾਂਦਾ ਹੈ। ਰਿਮੋਟ ਸਿਸਟਮ ਅਤੇ ਸਾਫਟਵੇਅਰ ਪ੍ਰੋਗਰਾਮ ਦੀ ਸਾਂਝ ਕਰਨ ਦੀ ਵੀ ਆਗਿਆ ਨੈਟਵਰਕ ਸਾਨੂੰ ਦਿੰਦਾ ਹੈ। ਨੈਟਵਰਕ ਯੂਜ਼ਰਾਂ ਵਿੱਚ ਸੂਚਨਾ ਨੂੰ ਆਸਾਨੀ ਨਾਲ ਪਹੁੰਚਾਉਣ ਅਤੇ ਸਾਂਭ ਕੇ ਰੱਖਣ ਦੀ ਆਗਿਆ ਵੀ ਦਿੰਦਾ ਹੈ। ਵੱਖ-ਵੱਖ ਥਾਵਾਂ 'ਤੇ ਬੈਠੇ ਯੂਜ਼ਰ ਨੂੰ ਇਕੱਠੇ ਗੇਮ ਖੇਡਣ ਦੀ ਆਗਿਆ ਵੀ ਨੈਟਵਰਕ ਦਿੰਦਾ ਹੈ। ਸੋ ਡਾਟਾ ਨੂੰ ਕੇਂਦਰੀ ਕੰਪਿਊਟਰ ਵਿੱਚ ਸਟੋਰ ਕਰਨ, ਬੈਕਅਪ ਲੈਣ ਅਤੇ ਆਸਾਨੀ ਨਾਲ ਡਾਟੇ ਤੱਕ ਪਹੁੰਚ ਕਰਨ ਦੀ ਆਗਿਆ ਵੀ ਨੈਟਵਰਕਿੰਗ ਹੀ ਸਾਨੂੰ ਦਿੰਦੀ ਹੈ। ਸੋ ਅੱਗੇ ਹੁਣ ਅਸੀਂ OSI ਲੇਅਰ ਬਾਰੇ ਜਾਣਾਂਗੇ। ਸੋ OSI ਦਾ ਪੂਰਾ ਨਾਮ ਹੈ ਓਪਨ ਸਿਸਟਮ ਇੰਟਰਕਨੈਕਸ਼ਨ। ਇਹ ਮਾਡਲ ISO ਯਾਨੀ ਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਟੈਂਡਰਡਾਈਜੇਸ਼ਨ ਰਾਹੀਂ ਸਾਲ 1984 ਵਿੱਚ ਤਿਆਰ ਕੀਤਾ ਗਿਆ ਸੀ। OSI ਮਾਡਲ ਇਹ ਪਰਿਭਾਸ਼ਿਤ ਕਰਦਾ ਹੈ ਕਿ ਕਿਸੇ ਨੈਟਵਰਕ ਵਿੱਚ ਡਾਟਾ ਜਾਂ ਸੂਚਨਾ ਨੂੰ ਕਿਵੇਂ ਭੇਜਿਆ ਅਤੇ ਪ੍ਰਾਪਤ ਕੀਤਾ ਜਾ ਸਕਦਾ ਹੈ। OSI ਲੇਅਰ ਇੱਕ 7 ਲੇਅਰਾਂ ਦਾ ਢਾਂਚਾ ਹੈ, ਜਿਸ ਵਿੱਚ ਹਰੇਕ ਲੇਅਰ ਦਾ ਆਪਣਾ ਵੱਖ-ਵੱਖ ਕੰਮ ਹੁੰਦਾ ਹੈ। ਸੋ ਇਹਨਾਂ ਦੀ ਮਦਦ ਨਾਲ ਹੀ ਡਾਟਾ ਇੱਕ ਕੰਪਿਊਟਰ ਸਿਸਟਮ ਤੋਂ ਦੂਜੇ ਕੰਪਿਊਟਰ ਸਿਸਟਮ ਤੱਕ ਆਸਾਨੀ ਨਾਲ ਪਹੁੰਚਦਾ ਹੈ। ਸੋ ਅੱਗੇ ਹੁਣ ਅਸੀਂ ਇਹਨਾਂ 7 OSI ਦੀਆਂ ਜਿਹੜੀਆਂ ਲੇਅਰਸ ਹੈ ਉਹਨਾਂ ਬਾਰੇ ਜਾਣਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲੀ ਲੇਅਰ ਹੈ ਫਿਜ਼ੀਕਲ ਲੇਅਰ, ਦੂਸਰੀ ਡਾਟਾ ਲਿੰਕ ਲੇਅਰ, ਤੀਸਰੀ ਨੈਟਵਰਕ ਲੇਅਰ, ਚੌਥੀ ਟਰਾਂਸਪੋਰਟ ਲੇਅਰ, ਪੰਜਵੀਂ ਸੈਸ਼ਨ ਲੇਅਰ, ਛੇਵੀਂ ਪ੍ਰੈਜੈਂਟੇਸ਼ਨ ਲੇਅਰ, ਸੱਤਵੀਂ ਸਾਡੇ ਕੋਲ ਐਪਲੀਕੇਸ਼ਨ ਲੇਅਰ। ਸੋ ਅੱਗੇ ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਲੇਅਰਸ ਬਾਰੇ ਜਾਣਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲੀ ਲੇਅਰ ਹੈ ਫਿਜ਼ੀਕਲ ਲੇਅਰ। ਸੋ ਫਿਜ਼ੀਕਲ ਲੇਅਰ ਦਾ ਮੁੱਖ ਕੰਮ ਵੱਖੋ ਵੱਖਰੇ ਬਿਟਸ ਨੂੰ ਇੱਕ ਨੋਡ ਤੋਂ ਦੂਜੇ ਨੋਡ ਵਿੱਚ ਸੰਚਾਰਿਤ ਕਰਨਾ ਹੁੰਦਾ ਹੈ। ਇਹ OSI ਮਾਡਲ ਦੀ ਸਭ ਤੋਂ ਹੇਠਲੀ ਲੇਅਰ ਹੈ। ਇਸ ਵਿੱਚ ਜੋ ਵੀ ਡਾਟਾ ਹੈ ਉਹ ਸਾਰਾ ਬਿਟਸ ਦੀ ਫਾਰਮ ਵਿੱਚ ਜਾਂਦਾ ਹੈ ਤੇ ਬਿਟ ਸਾਡੇ ਕੋਲ 0 ਜਾਂ 1 ਹੁੰਦੀ ਹੈ। ਇਹ ਲੇਅਰ ਇੱਕ ਨੈਟਵਰਕ ਵਿੱਚ ਫਿਜ਼ੀਕਲ ਕਨੈਕਸ਼ਨ ਦੀ ਸਥਾਪਨਾ, ਰੱਖ ਰਖਾਅ ਅਤੇ ਉਸ ਨੂੰ ਡੀਐਕਟੀਵੇਟ ਕਰਦੀ ਹੈ। ਇਸ ਲੇਅਰ ਵਿੱਚ ਡਿਜੀਟਲ ਸਿਗਨਲ ਨੂੰ ਇਲੈਕਟ੍ਰੀਕਲ ਸਿਗਨਲ ਵਿੱਚ ਬਦਲਿਆ ਜਾਂਦਾ ਹੈ ਅਤੇ ਇਸ ਲੇਅਰ ਵਿੱਚ ਇਹ ਵੀ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਸੰਚਾਰ ਤਾਰਾਂ ਦੇ ਮਾਧਿਅਮ ਰਾਹੀਂ ਹੋਵੇਗਾ ਜਾਂ ਬਿਨਾਂ ਤਾਰ ਰਾਹੀਂ। ਸੋ ਅਗਲਾ ਸਾਡੇ ਕੋਲ ਦੂਸਰੀ ਲੇਅਰ ਹੈ ਡਾਟਾ ਲਿੰਕ ਲੇਅਰ। ਸੋ ਡਾਟਾ ਲਿੰਕ ਲੇਅਰ ਬਿਨਾਂ ਕਿਸੇ ਗਲਤੀ ਦੇ ਡਾਟਾ ਫਰੇਮ ਨੂੰ ਤਬਦੀਲ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ ਅਤੇ ਨੈਟਵਰਕ ਦੇ ਡਾਟਾ ਦਾ ਫਾਰਮੈਟ ਪਰਿਭਾਸ਼ਿਤ ਕਰਦੀ ਹੈ। ਸੋ ਡਾਟਾ ਲਿੰਕ ਲੇਅਰ ਵਿੱਚ ਜਿਹੜਾ ਤੁਹਾਡਾ ਮੈਸੇਜ ਹੈ ਉਸ ਨੂੰ ਛੋਟੇ-ਛੋਟੇ ਪੈਕਟ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਸੋ ਹਰੇਕ ਪੈਕਟ ਦਾ ਇੱਕ ਜਿਹੜਾ ਟੋਕਨ ਨੰਬਰ ਹੈ ਉਸ ਨੂੰ ਲਗਾਇਆ ਜਾਂਦਾ ਹੈ। ਡਾਟਾ ਲਿੰਕ ਲੇਅਰ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਦੇ ਵਿਚਕਾਰ
ਇੱਕ ਭਰੋਸੇਮੰਦ ਅਤੇ ਕੁਸ਼ਲ ਸੰਚਾਰ ਪ੍ਰਦਾਨ ਕਰਦੀ ਹੈ ਅਤੇ ਸਥਾਨਕ ਨੈਟਵਰਕ ਤੇ ਹਰੇਕ ਯੰਤਰ ਦੀ ਵਿਲੱਖਣ ਪਛਾਣ ਲਈ ਜ਼ਿੰਮੇਵਾਰ ਹੁੰਦੀ ਹੈ। ਅੱਗੇ ਸਾਡੇ ਕੋਲ ਤੀਸਰੀ ਲੇਅਰ ਹੈ ਨੈਟਵਰਕ ਲੇਅਰ। ਨੈਟਵਰਕ ਲੇਅਰ ਡਿਵਾਈਸ ਐਡਰੈਸਿੰਗ ਦਾ ਕੰਮ ਕਰਦਾ ਹੈ ਅਤੇ ਨੈਟਵਰਕ ਤੇ ਡਿਵਾਈਸਾਂ ਦੀ ਸਥਿਤੀ ਨੂੰ ਟਰੈਕ ਕਰਦਾ ਹੈ ਜਾਂ ਪਤਾ ਕਰਦਾ ਹੈ। ਇਹ ਨੈਟਵਰਕ ਦੀਆਂ ਸਥਿਤੀਆਂ, ਸੇਵਾ ਦੀ ਤਰਜੀਹ ਅਤੇ ਹੋਰ ਕਾਰਕਾਂ ਦੇ ਆਧਾਰ ਤੇ ਡਾਟਾ ਨੂੰ ਉਸਦੇ ਸੋਰਸ ਤੋਂ ਡੈਸਟੀਨੇਸ਼ਨ ਵੱਲ ਜਾਣ ਦਾ ਸਭ ਤੋਂ ਵਧੀਆ ਮਾਰਗ ਨਿਰਧਾਰਿਤ ਕਰਦਾ ਹੈ। ਸੋ ਨੈਟਵਰਕ ਲੇਅਰ ਦੇ ਵਿੱਚ ਜੋ ਵੀ ਤੁਹਾਡੇ ਮੈਸੇਜ ਨੂੰ ਛੋਟੇ ਛੋਟੇ ਪੈਕਟ ਵਿੱਚ ਡਿਵਾਈਡ ਕੀਤਾ ਗਿਆ, ਉਹ ਸਾਰਿਆਂ ਦੇ ਉੱਪਰ ਇੱਕ ਐਡਰੈਸ ਟੈਗ ਲੱਗਾ ਹੁੰਦਾ ਹੈ, ਜਿਸ ਦੇ ਰਾਹੀਂ ਇਹ ਨਿਰਧਾਰਿਤ ਹੁੰਦਾ ਹੈ ਕਿ ਡਾਟਾ ਕਿੱਥੋਂ ਆਇਆ ਅਤੇ ਉਸ ਨੂੰ ਕਿਸ ਜਗ੍ਹਾ ਤੇ ਜਾਂ ਕਿਸ ਮਾਰਗ ਰਾਹੀਂ ਕਿਸ ਜਗ੍ਹਾ ਤੱਕ ਪਹੁੰਚਾਉਣਾ ਹੈ। ਤਾਂ ਡਾਟਾ ਲਿੰਕ ਲੇਅਰ ਪੈਕਟ ਦਾ ਰੂਟ ਸੈੱਟ ਕਰਨ ਅਤੇ ਫਾਰਵਰਡ ਕਰਨ ਲਈ ਜ਼ਿੰਮੇਦਾਰ ਹੁੰਦੀ ਹੈ ਅਤੇ ਨੈਟਵਰਕ ਟ੍ਰੈਫਿਕ ਨੂੰ ਰੂਟ ਕਰਨ ਲਈ ਵਰਤੇ ਜਾਂਦੇ ਪ੍ਰੋਟੋਕੋਲ ਨੂੰ ਅਸੀਂ ਨੈਟਵਰਕ ਲੇਅਰ ਪ੍ਰੋਟੋਕੋਲ ਵਜੋਂ ਵੀ ਜਾਣਦੇ ਹਾਂ। ਸੋ ਅੱਗੇ ਸਾਡੇ ਕੋਲ ਹੈ ਟਰਾਂਸਪੋਰਟ ਲੇਅਰ। ਸੋ ਟਰਾਂਸਪੋਰਟ ਲੇਅਰ ਇਹ ਸੁਨਿਸ਼ਚਿਤ ਕਰਦੀ ਹੈ ਕਿ ਇੱਕ ਨੈਟਵਰਕ ਤੇ ਮੈਸੇਜ ਉਸ ਕ੍ਰਮ ਵਿੱਚ ਹੀ ਸੰਚਾਰਿਤ ਕੀਤੇ ਗਏ ਹਨ ਜਿਸ ਕ੍ਰਮ ਵਿੱਚ ਉਹ ਭੇਜੇ ਗਏ ਸਨ ਅਤੇ ਡਾਟਾ ਦੀ ਕੋਈ ਵੀ ਡੁਪਲੀਕੇਟ ਨਹੀਂ ਹੋਈ ਹੈ। ਸੋ ਜਿਸ ਤਰ੍ਹਾਂ ਡਾਟਾ ਪਿੱਛੋਂ ਆ ਰਿਹਾ ਹੈ, ਉਸੇ ਲੜੀ 'ਚ ਹੀ ਜਿਹੜਾ ਡਾਟਾ ਹੈ ਉਹ ਅੱਗੇ ਤੁਹਾਡਾ ਭੇਜ ਦਿੱਤਾ ਜਾਵੇਗਾ। ਸੋ ਟਰਾਂਸਪੋਰਟ ਲੇਅਰ ਦੀ ਮੁੱਖ ਜ਼ਿੰਮੇਵਾਰੀ ਡਾਟਾ ਨੂੰ ਪੂਰੀ ਤਰ੍ਹਾਂ ਟਰਾਂਸਫਰ ਕਰਨਾ ਹੈ ਅਤੇ ਇਹ ਉੱਪਰਲੀ ਲੇਅਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਇਹਨਾਂ ਨੂੰ ਛੋਟੀਆਂ-ਛੋਟੀਆਂ ਇਕਾਈਆਂ ਵਿੱਚ ਵੰਡਦੀ ਹੈ, ਜਿਨ੍ਹਾਂ ਨੂੰ ਸੈਗਮੈਂਟ ਕਿਹਾ ਜਾਂਦਾ ਹੈ। ਸੋ ਟਰਾਂਸਪੋਰਟ ਲੇਅਰ ਨੂੰ ਐਂਡ ਟੂ ਐਂਡ ਲੇਅਰ ਕਿਹਾ ਜਾਂਦਾ ਹੈ ਕਿਉਂਕਿ ਇਹ ਡਾਟਾ ਨੂੰ ਸੋਰਸ ਅਤੇ ਡੈਸਟੀਨੇਸ਼ਨ ਵਿਚਕਾਰ ਭਰੋਸੇਯੋਗ ਢੰਗ ਨਾਲ ਡਿਲੀਵਰ ਕਰਨ ਲਈ ਪੁਆਇੰਟ ਟੂ ਪੁਆਇੰਟ ਕਨੈਕਸ਼ਨ ਪ੍ਰਦਾਨ ਕਰਦੀ ਹੈ। ਅਗਲਾ ਸਾਡੇ ਕੋਲ ਹੈ ਸੈਸ਼ਨ ਲੇਅਰ। ਸੋ ਸੈਸ਼ਨ ਲੇਅਰ ਪੰਜਵੀਂ ਲੇਅਰ ਹੈ ਜੋ ਕਿ ਬਹੁਤ ਸਾਰੇ ਕੰਪਿਊਟਰਾਂ ਦੇ ਵਿਚਕਾਰ ਕਨੈਕਸ਼ਨਾਂ ਨੂੰ ਨਿਯੰਤਰਣ ਜਾਂ ਕੰਟਰੋਲ ਕਰਦੀ ਹੈ। ਸੈਸ਼ਨ ਲੇਅਰ ਦੋ ਪ੍ਰੋਸੈਸ ਦੇ ਵਿਚਕਾਰ ਡਾਇਲੋਗ ਨੂੰ ਟਰੈਕ ਕਰਦੀ ਹੈ ਜੋ ਕਿ ਹਾਫ ਡੁਪਲੈਕਸ ਜਾਂ ਫੁੱਲ ਡੁਪਲੈਕਸ ਹੋ ਸਕਦਾ ਹੈ ਅਤੇ ਇਸ ਨੂੰ ਸੈਸ਼ਨ ਵੀ ਕਿਹਾ ਜਾਂਦਾ ਹੈ। ਇੱਕ ਡਾਟਾ ਨੂੰ ਲੜੀਵਾਰ ਤਰੀਕੇ ਵਿੱਚ ਸੰਚਾਰਿਤ ਕਰਦੇ ਸਮੇਂ ਸੈਸ਼ਨ ਲੇਅਰ ਕੁਝ ਚੈੱਕ ਪੁਆਇੰਟ ਨੂੰ ਜੋੜਦੀ ਹੈ ਅਤੇ ਜੇਕਰ ਡਾਟਾ ਦੇ ਸੰਚਾਰ ਦੇ ਵਿਚਕਾਰ ਕੁਝ ਗਲਤੀ ਹੋ ਜਾਂਦੀ ਹੈ ਤਾਂ ਇਹ ਸਾਰੇ ਸੰਚਾਰ ਦਾ ਪ੍ਰਸਾਰਣ ਚੈੱਕ ਪੁਆਇੰਟ ਤੋਂ ਦੁਬਾਰਾ ਸ਼ੁਰੂ ਹੁੰਦਾ ਹੈ ਅਤੇ ਉਹ ਜਿਹੜੇ ਸਾਰੇ ਪੈਕਟ ਆ ਉਹ ਦੁਬਾਰਾ ਤੋਂ ਉਸੇ ਲੜੀ ਵਿੱਚ ਅੱਗੇ ਭੇਜੇ ਜਾਂਦੇ ਹਨ। ਅੱਗੇ ਸਾਡੇ ਕੋਲ ਪ੍ਰੈਜੈਂਟੇਸ਼ਨ ਲੇਅਰ। ਪ੍ਰੈਜੈਂਟੇਸ਼ਨ ਲੇਅਰ ਮੁੱਖ ਤੌਰ ਤੇ ਦੋ ਸਿਸਟਮਾਂ ਦੇ ਵਿਚਕਾਰ ਜਾਂ ਦੋ ਸਿਸਟਮਾਂ ਵਿੱਚ ਐਕਸਚੇਂਜ ਕੀਤੀ ਜਾਣ ਵਾਲੀ ਜਾਣਕਾਰੀ ਦੇ ਸਿੰਟੈਕਸ ਨਾਲ ਸੰਬੰਧਿਤ ਹੁੰਦੀ ਹੈ। ਪ੍ਰੈਜੈਂਟੇਸ਼ਨ ਲੇਅਰ ਨੈਟਵਰਕ ਲਈ ਇੱਕ ਡਾਟਾ ਅਨੁਵਾਦਕ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਲੇਅਰ ਆਪਰੇਟਿੰਗ ਸਿਸਟਮ ਦਾ ਇੱਕ ਹਿੱਸਾ ਹੈ ਜੋ ਕਿ ਡਾਟਾ ਨੂੰ ਇੱਕ ਪ੍ਰੈਜੈਂਟੇਸ਼ਨ ਫਾਰਮੈਟ ਤੋਂ ਦੂਜੇ ਫਾਰਮੈਟ ਵਿੱਚ ਬਦਲਦੀ ਹੈ। ਇਸ ਕਰਕੇ ਹੀ ਇਸ ਨੂੰ ਸਿੰਟੈਕਸ ਲੇਅਰ ਵੀ ਕਿਹਾ ਜਾਂਦਾ ਹੈ। ਸੋ ਸਾਡੇ ਕੋਲ ਲਾਸਟ ਲੇਅਰ ਹੈ OSI ਦੀ ਐਪਲੀਕੇਸ਼ਨ ਲੇਅਰ। ਸੋ ਐਪਲੀਕੇਸ਼ਨ ਲੇਅਰ ਉਪਭੋਗਤਾਵਾਂ ਅਤੇ ਐਪਲੀਕੇਸ਼ਨ ਪ੍ਰੋਸੈਸਿਸ ਨੂੰ ਨੈਟਵਰਕ ਸਰਵਿਸ ਐਕਸੈਸ ਕਰਵਾਉਣ ਲਈ ਇੱਕ ਵਿੰਡੋ ਦਾ ਕੰਮ ਕਰਦੀ ਹੈ। ਐਪਲੀਕੇਸ਼ਨ ਲੇਅਰ ਨੈਟਵਰਕ ਪਾਰਦਰਸ਼ਤਾ, ਸਰੋਤਾਂ ਦੀ ਵੰਡ ਆਦਿ ਵਰਗੇ ਮੁੱਦਿਆਂ ਨੂੰ ਸੰਭਾਲਦੀ ਹੈ। ਇਹ ਲੇਅਰ ਐਂਡ ਯੂਜ਼ਰ ਨੂੰ ਨੈਟਵਰਕ ਸੇਵਾਵਾਂ ਪ੍ਰਦਾਨ ਕਰਦੀ ਹੈ। ਸੋ ਅੱਗੇ ਸਾਡੇ ਕੋਲ ਨੈਟਵਰਕ ਯੰਤਰ ਕੀ ਹੁੰਦੇ ਹਨ। ਸੋ ਨੈਟਵਰਕ ਯੰਤਰ ਉਹ ਹਾਰਡਵੇਅਰ ਯੰਤਰ ਹੁੰਦਾ ਹੈ ਜੋ ਕਿ ਇੱਕ ਨੈਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਨੈਟਵਰਕ ਇੱਕ ਘਰ ਜਾਂ ਦਫ਼ਤਰ ਵਿੱਚ ਵਰਤਿਆ ਜਾਣ ਵਾਲਾ ਛੋਟਾ ਨੈਟਵਰਕ ਜਾਂ ਵੱਡੀਆਂ ਬਿਲਡਿੰਗਾਂ ਵਿੱਚ ਵਰਤਿਆ ਜਾਣ ਵਾਲਾ ਵੱਡਾ ਨੈਟਵਰਕ ਵੀ ਹੋ ਸਕਦਾ ਹੈ। ਸੋ ਵੱਖ-ਵੱਖ ਕਿਸਮ ਦੇ ਸਾਡੇ ਕੋਲ ਜਿਹੜੇ ਨੈਟਵਰਕ ਯੰਤਰ ਜਾਂ ਡਿਵਾਈਸ ਹੈ ਜਿਨ੍ਹਾਂ ਨੂੰ ਅਸੀਂ ਇੱਕ ਨੈਟਵਰਕ ਬਣਾਉਣ ਲਈ ਵਰਤਦੇ ਹਾਂ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਹੱਬ, ਦੂਸਰਾ ਹੈ ਸਾਡੇ ਕੋਲ ਸਵਿਚ, ਤੀਸਰਾ ਸਾਡੇ ਕੋਲ ਹੈ ਰਾਊਟਰ, ਚੌਥਾ ਰਿਪੀਟਰ, ਪੰਜਵਾਂ ਸਾਡੇ ਕੋਲ ਹੈ ਬ੍ਰਿਜ, ਛੇਵਾਂ ਸਾਡੇ ਕੋਲ ਹੈ ਗੇਟਵੇ ਅਤੇ ਸੱਤਵਾਂ ਸਾਡੇ ਕੋਲ ਹੈ ਬਰਾਊਟਰ। ਸਭ ਤੋਂ ਪਹਿਲਾਂ ਅਸੀਂ ਹੱਬ ਬਾਰੇ ਪੜ੍ਹਾਂਗੇ। ਹੱਬ ਇੱਕ ਨੈਟਵਰਕਿੰਗ ਯੰਤਰ ਹੈ ਜੋ ਹਰੇਕ ਕੰਪਿਊਟਰ ਜਾਂ ਇਸ ਨਾਲ ਜੁੜੇ ਈਥਰਨੈਟ ਆਧਾਰਿਤ ਉਪਕਰਨ ਲਈ ਡਾਟਾ ਪ੍ਰਸਾਰਿਤ ਕਰਦਾ ਹੈ। ਸੋ ਕਿਸੇ ਇੱਕ ਨੈਟਵਰਕ ਵਿੱਚ ਜਦੋਂ ਇਹ ਕੰਪਿਊਟਰ ਸੂਚਨਾ ਲਈ ਕਿਸੇ ਵਿਸ਼ੇਸ਼ ਕੰਪਿਊਟਰ ਨੂੰ ਬੇਨਤੀ ਕਰਦਾ ਹੈ ਤਾਂ ਹੱਬ ਉਸ ਬੇਨਤੀ ਨੂੰ ਪ੍ਰਾਪਤ ਕਰਕੇ ਅੱਗੇ ਮੇਨ ਕੰਪਿਊਟਰ ਤੱਕ ਭੇਜ ਦਿੰਦਾ ਹੈ। ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ,
ਪਹਿਲੇ ਕੰਪਿਊਟਰ ਤੋਂ ਜਿਹੜਾ ਡਾਟਾ ਹੈ ਉਹ ਟ੍ਰਾਂਸਫਰ ਹੋ ਰਿਹਾ ਹੈ। ਸੋ ਡਾਟਾ ਹੱਬ ਦੇ ਰਾਹੀਂ ਬਾਕੀ ਜਿਹੜੇ 3 ਕੰਪਿਊਟਰ ਹੈ ਉਹਨਾਂ ਦੇ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸੋ ਜਿਸ ਵੀ ਕੰਪਿਊਟਰ ਦੇ ਨਾਲ ਉਸ ਮੈਸੇਜ ਦਾ ਐਡਰੈਸ ਮੈਚ ਕਰ ਜਾਂਦਾ ਹੈ ਤਾਂ ਜਿਹੜਾ ਮੈਸੇਜ ਹੈ ਉਸੇ ਕੰਪਿਊਟਰ ਦੇ ਉੱਪਰ ਉਹ ਡਿਲੀਵਰ ਜਾਂ ਭੇਜ ਦਿੱਤਾ ਜਾਂਦਾ ਹੈ। ਸੋ ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਸਮੂਹ ਪੋਰਟਾਂ ਤੇ ਉਪਲਬਧ ਕਰਵਾਉਂਦਾ ਹੈ ਅਤੇ ਇਸ ਨਾਲ ਜੁੜੇ ਸਮੂਹ ਯੰਤਰਾਂ ਦੇ ਦਰਮਿਆਨ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਅੱਗੇ ਹੁਣ ਅਸੀਂ ਹੱਬ ਦੀਆਂ ਕਿਸਮਾਂ ਬਾਰੇ ਜਾਣਾਂਗੇ। ਸੋ ਹੱਬ ਦੀਆਂ ਸਾਡੇ ਕੋਲ 3 ਕਿਸਮਾਂ ਨੇ। ਪਹਿਲਾ ਸਾਡੇ ਕੋਲ ਹੈ ਐਕਟਿਵ ਹੱਬ। ਐਕਟਿਵ ਹੱਬ ਸਾਡੇ ਵੱਲੋਂ ਭੇਜੇ ਗਏ ਸਿਗਨਲਾਂ ਨੂੰ ਰੀਜਨਰੇਟ ਕਰਦੀਆਂ ਹਨ ਅਤੇ ਇਹਨਾਂ ਸਿਗਨਲਾਂ ਨੂੰ ਐਂਪਲੀਫਾਈ ਵੀ ਕਰਦੀਆਂ ਹਨ। ਸੋ ਐਂਪਲੀਫਾਈ ਤੋਂ ਭਾਵ ਹੈ ਦੁਬਾਰਾ ਜਿਹੜਾ ਸਿਗਨਲ ਵੀਕ ਹੋ ਰਿਹਾ ਹੈ ਉਸ ਨੂੰ ਦੁਬਾਰਾ ਹਾਈ ਕਰ ਦੇਣਾ। ਸੋ ਇਹਨਾਂ ਹੱਬਾਂ ਦੀ ਵਰਤੋਂ ਨੈਟਵਰਕ ਵਿੱਚ ਨੋਡ ਦੀ ਦੂਰੀ ਵਧਾਉਣ ਲਈ ਕੀਤੀ ਜਾਂਦੀ ਹੈ। ਦੂਸਰੀ ਸਾਡੇ ਕੋਲ ਹੱਬ ਦੀ ਕਿਸਮ ਹੈ ਪੈਸਿਵ ਹੱਬ। ਪੈਸਿਵ ਹੱਬ ਪੋਰਟ ਵੱਖ-ਵੱਖ ਪੋਰਟਾਂ ਤੋਂ ਆਉਣ ਵਾਲੇ ਸਿਗਨਲ ਨੂੰ ਵੰਡਦੇ ਹਨ। ਇਹ ਹੱਬ ਪ੍ਰਾਪਤ ਸਿਗਨਲ ਨੂੰ ਬਿਨਾਂ ਰੀਜਨਰੇਟ ਕੀਤੇ ਨੈਟਵਰਕ ਤੇ ਪ੍ਰਸਾਰਿਤ ਕਰਦੇ ਹਨ। ਤੀਸਰੀ ਸਾਡੇ ਕੋਲ ਹੈ ਇੰਟੈਲੀਜੈਂਸ ਹੱਬ। ਇਹ ਇੱਕ ਐਡਵਾਂਸ ਵਰਜ਼ਨ ਹੱਬ ਹੈ ਜਿਸ ਵਿੱਚ ਐਕਟਿਵ ਅਤੇ ਪੈਸਿਵ ਹੱਬ ਦੋਵਾਂ ਦਾ ਸੁਮੇਲ ਹੁੰਦਾ ਹੈ। ਇਹ ਇੱਕ ਸਾਂਝੀ ਥਾਂ ਤੋਂ ਨੈਟਵਰਕ ਟ੍ਰੈਫਿਕ ਦੀ ਨਿਗਰਾਨੀ ਕਰਦੀ ਹੈ ਅਤੇ ਇਸ ਵਿੱਚ ਉਪਲਬਧ ਹਰੇਕ ਪੋਰਟ ਨੂੰ ਕਨਫਿਗਰ ਵੀ ਕਰ ਸਕਦੇ ਹਾਂ। ਇਸ ਹੱਬ ਨੂੰ ਮੈਨੇਜੇਬਲ ਹੱਬ ਵੀ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਅਗਲਾ ਨੈਟਵਰਕ ਯੰਤਰ ਹੈ ਸਵਿਚ। ਸੋ ਸਵਿਚ ਉਹ ਉਪਕਰਨ ਹੁੰਦਾ ਹੈ ਜੋ ਕਿ ਕਈ ਨੈਟਵਰਕ ਯੰਤਰ ਜਿਵੇਂ ਕਿ ਕੰਪਿਊਟਰ, ਰਾਊਟਰ, ਸਰਵਰ ਜਾਂ ਹੋਰ ਸਵਿੱਚਾਂ ਵਿਚਕਾਰ ਡਾਟਾ ਪੈਕਟ ਤਬਦੀਲ ਕਰਦਾ ਹੈ। ਸਵਿਚ ਵਿੱਚ ਇੱਕ ਬਫਰ ਹੁੰਦਾ ਹੈ ਜੋ ਕਿ ਸਵਿਚ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਵਧਾ ਦਿੰਦਾ ਹੈ। ਸਵਿਚ ਡਾਟਾ ਨੂੰ ਅੱਗੇ ਭੇਜਣ ਤੋਂ ਪਹਿਲਾਂ ਕਿਸੇ ਕਿਸਮ ਦੀ ਗਲਤੀ ਦੀ ਜਾਂਚ ਵੀ ਕਰ ਸਕਦਾ ਹੈ ਅਤੇ ਇਸ ਦੀ ਇਹ ਖੂਬੀ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਉਂਦੀ ਹੈ ਕਿਉਂਕਿ ਇਹ ਉਹਨਾਂ ਪੈਕਟਾਂ ਨੂੰ ਅੱਗੇ ਨਹੀਂ ਭੇਜਦਾ ਜਿਸ ਵਿੱਚ ਗਲਤੀਆਂ ਹੁੰਦੀਆਂ ਹਨ, ਬਲਕਿ ਸਹੀ ਪੈਕਟਾਂ ਨੂੰ ਹੀ ਸਹੀ ਪੋਰਟ ਤੇ ਭੇਜਦਾ ਹੈ। ਅੱਗੇ ਸਾਡੇ ਕੋਲ ਹੈ ਰਾਊਟਰ। ਸੋ ਰਾਊਟਰ ਇੱਕ ਹਾਰਡਵੇਅਰ ਯੰਤਰ ਹੈ ਜੋ ਕਿ ਇੱਕ ਨੈਟਵਰਕ ਵਿੱਚ ਨੈਟਵਰਕ ਦੇ ਗੇਟਵੇ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਹ ਇੱਕ ਨੈਟਵਰਕ ਵਿੱਚ ਡਾਟਾ ਦਾ ਬਹਾਵ ਅਤੇ ਨੈਟਵਰਕ ਨੂੰ ਇੰਟਰਨੈਟ ਨਾਲ ਜੋੜੇ ਰੱਖਣ ਲਈ ਜ਼ਿੰਮੇਦਾਰ ਹੁੰਦਾ ਹੈ। ਸੋ ਰਾਊਟਰ ਦੀ ਵਰਤੋਂ ਆਮ ਤੌਰ ਤੇ ਡਾਟਾ ਪੈਕਟ ਦਾ ਰੂਟ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਸੋ ਰਾਊਟਰ ਦੋ ਵੱਖ-ਵੱਖ ਨੈਟਵਰਕ ਦੇ ਵਿੱਚ ਜਿਹੜਾ ਰੂਟ ਹੈ, ਜਿਹੜਾ ਬੈਸਟ ਰੂਟ ਹੈ ਉਹ ਸੈੱਟ ਕਰਦਾ ਹੈ। ਸੋ ਰਾਊਟਰ ਇੱਕ ਸਵਿਚ ਵਾਂਗ ਹੀ ਯੰਤਰ ਹੈ ਜੋ ਕਿ ਉਹਨਾਂ ਦੇ ਇੰਟਰਨੈਟ ਪ੍ਰੋਟੋਕੋਲ ਐਡਰੈਸ ਦੇ ਆਧਾਰ ਤੇ ਡਾਟਾ ਪੈਕਟ ਨੂੰ ਨੈਟਵਰਕ ਤੇ ਭੇਜਦਾ ਹੈ। ਸੋ ਰਾਊਟਰ ਮੁੱਖ ਤੌਰ ਤੇ ਇੱਕ ਨੈਟਵਰਕ ਲੇਅਰ ਯੰਤਰ ਹੁੰਦਾ ਹੈ। ਅੱਗੇ ਸਾਡੇ ਕੋਲ ਰਾਊਟਰ ਦੇ ਕੀ ਕੰਮ ਨੇ। ਸੋ ਰਾਊਟਰ ਦੇ ਸਭ ਤੋਂ ਮੁੱਖ ਕੰਮ ਹੈ ਫਾਰਵਰਡਿੰਗ। ਸੋ ਰਾਊਟਰ ਆਪਣੇ ਇਨਪੁਟ ਪੋਰਟਾਂ ਤੋਂ ਪੈਕਟ ਪ੍ਰਾਪਤ ਕਰਦਾ ਹੈ ਅਤੇ ਇਸ ਦੇ ਸਿਰਲੇਖ ਦੀ ਜਾਣਕਾਰੀ ਦੀ ਜਾਂਚ ਕਰਦਾ ਹੈ ਅਤੇ ਪੈਕਟ ਨੂੰ ਅੱਗੇ ਭੇਜਣ ਲਈ ਢੁਕਵੀਂ ਆਉਟਪੁੱਟ ਪੋਰਟ ਲੱਭਣ ਲਈ ਰੂਟਿੰਗ ਟੇਬਲ ਚੈੱਕ ਕਰਦਾ ਹੈ। ਸੋ ਜਿਹੜਾ ਉਸ ਨੂੰ ਰੂਟ ਬੈਸਟ ਲੱਗਦਾ ਹੈ ਉੱਥੇ ਜਿਹੜਾ ਪੈਕਟ ਆ ਉਹ ਭੇਜ ਦਿੱਤਾ ਜਾਂਦਾ ਹੈ। ਦੂਸਰਾ ਹੈ ਰੂਟਿੰਗ। ਰੂਟਿੰਗ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਵਿੱਚ ਇਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਇੱਕ ਨੈਟਵਰਕ ਤੇ ਕਿਸੇ ਪੈਕਟ ਨੂੰ ਸੋਰਸ ਤੋਂ ਡੈਸਟੀਨੇਸ਼ਨ ਤੱਕ ਸੂਚਨਾ ਨੂੰ ਗਵਾਏ ਬਿਨਾਂ ਭੇਜਣ ਲਈ ਕਿਹੜਾ ਰੂਟ ਸਭ ਤੋਂ ਵਧੀਆ ਹੋਵੇਗਾ। ਸੋ ਰੂਟਿੰਗ ਸਾਨੂੰ ਦੱਸਦਾ ਹੈ ਵੀ ਇੱਕ ਟੇਬਲ ਦੇ ਵਿੱਚ ਜਿੱਥੋਂ ਲੈ ਕੇ ਅਸੀਂ ਜਿੱਥੋਂ ਤੱਕ ਕੋਈ ਮੈਸੇਜ ਭੇਜਣਾ ਹੈ ਉਹਨਾਂ ਵਿੱਚ ਜਿਹੜਾ ਸਭ ਤੋਂ ਵਧੀਆ ਜਿਹੜਾ ਰਸਤਾ ਹੈ ਉਹ ਕਿਹੜਾ ਹੋਵੇਗਾ ਜਿਹਦੇ ਰਾਹੀਂ ਅਸੀਂ ਘੱਟ ਤੋਂ ਘੱਟ ਸਮੇਂ ਵਿੱਚ ਮੈਸੇਜ ਨੂੰ ਗਵਾਏ ਬਿਨਾਂ ਹੀ ਉਸ ਨੂੰ ਉਸ ਦੀ ਥਾਂ ਤੱਕ ਪਹੁੰਚਾ ਸਕੀਏ। ਅੱਗੇ ਸਾਡੇ ਕੋਲ ਹੈ ਰਿਪੀਟਰ। ਜਿਵੇਂ ਕਿ ਇਸ ਦਾ ਨਾਮ ਤੋਂ ਪਤਾ ਚੱਲ ਰਿਹਾ ਰਿਪੀਟਰ, ਕੁਛ ਰਿਪੀਟ ਕਰਨਾ। ਜੋ ਕੋਈ ਵੀਕ ਸਿਗਨਲ ਹੈ ਉਸ ਨੂੰ ਦੁਬਾਰਾ ਹਾਈ ਕਰ ਦੇਣਾ। ਸੋ ਰਿਪੀਟਰ ਇੱਕ ਨੈਟਵਰਕ ਯੰਤਰ ਹੈ ਜੋ ਕਿ ਕਿਸੇ ਸੰਕੇਤ ਨੂੰ ਰੀਜਨਰੇਟ ਕਰਨ ਅਤੇ ਉਸ ਸੰਕੇਤ ਨੂੰ ਦੁਬਾਰਾ ਸੰਚਾਰ ਕਰਨ ਦੇ ਯੋਗ ਬਣਾਉਂਦਾ ਹੈ। ਸੋ ਰਿਪੀਟਰ ਸਮੁੱਚੇ ਨੈਟਵਰਕ ਵਿੱਚ ਪ੍ਰਸਾਰਿਤ ਸਿਗਨਲ ਨੂੰ ਕਮਜ਼ੋਰ ਹੋਣ ਤੋਂ ਪਹਿਲਾਂ ਉਸ ਸਿਗਨਲ ਨੂੰ ਰੀਜਨਰੇਟ ਕਰਦਾ ਹੈ। ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਪਹਿਲਾ ਜਿਹੜਾ ਸਿਗਨਲ ਹੈ ਉਹ ਸਟਰੋਂਗ ਹੈ। ਸਟਰੋਂਗ ਤੋਂ ਬਾਅਦ ਕੁਝ ਥਾਂ ਤੋਂ ਬਾਅਦ ਜਿਹੜਾ ਸਿਗਨਲ ਆ ਉਹ ਵੀਕ ਹੋਣਾ ਸ਼ੁਰੂ ਹੋ ਗਿਆ। ਜਿੱਥੇ ਸਾਨੂੰ ਲੱਗਦਾ ਹੈ ਵੀ ਅਸੀਂ ਜਿਹੜਾ ਸਿਗਨਲ ਆ ਵੀਕ ਹੋ ਰਿਹਾ ਹੈ ਉਸ ਥਾਂ ਤੇ ਜਿਹੜਾ ਰਿਪੀਟਰ ਯੰਤਰ ਹੈ
ਉਹ ਲਗਾ ਦਿੱਤਾ ਜਾਂਦਾ ਹੈ। ਤਾਂ ਰਿਪੀਟਰ ਕੀ ਕਰਦਾ ਹੈ, ਜਿਹੜਾ ਵੀਕ ਸਿਗਨਲ ਹੈ ਉਸ ਨੂੰ ਦੁਬਾਰਾ ਉਸੇ ਲੈਵਲ ਤੱਕ ਸਟਰੋਂਗ ਕਰ ਦਿੰਦਾ ਹੈ ਜਿਸ ਲੈਵਲ ਤੋਂ ਉਹਦਾ ਸਿਗਨਲ ਚੱਲਿਆ ਸੀਗਾ। ਉਸ ਤੋਂ ਬਾਅਦ ਸਿਗਨਲ ਨੂੰ ਸਟਰੋਂਗ ਕਰਨ ਤੋਂ ਬਾਅਦ ਦੁਬਾਰਾ ਇਸ ਡਾਟਾ ਪੈਕਟ ਨੇ ਸਿਗਨਲ ਨੂੰ ਦੁਬਾਰਾ ਉਸ ਦੇ ਅਗਲੇ ਲੋਕੇਸ਼ਨ ਤੱਕ ਭੇਜ ਦਿੰਦਾ ਹੈ। ਸੋ ਰਿਪੀਟਰ ਕਿਸੇ ਸਿਗਨਲ ਦੇ ਕਮਜ਼ੋਰ ਹੋ ਜਾਣ ਤੇ ਉਸ ਸਿਗਨਲ ਨੂੰ ਹਰੇਕ ਬਿਟ ਅਨੁਸਾਰ ਕਾਪੀ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਇਸ ਦੀ ਅਸਲ ਸਮਰੱਥਾ ਅਨੁਸਾਰ ਰੀਜਨਰੇਟ ਕਰ ਦਿੰਦੇ ਹਨ ਅਤੇ ਅੱਗੇ ਭੇਜ ਦਿੰਦੇ ਹਨ। ਅੱਗੇ ਸਾਡੇ ਕੋਲ ਬ੍ਰਿਜ। ਸੋ ਬ੍ਰਿਜ ਇੱਕ ਅਜਿਹਾ ਉਪਕਰਨ ਹੈ ਜੋ ਦੋ ਵੱਖਰੇ ਨੈਟਵਰਕਾਂ ਨੂੰ ਆਪਸ ਵਿੱਚ ਅਤੇ ਕਿਸੇ ਹੋਰ ਨੈਟਵਰਕ ਸੈਗਮੈਂਟ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ। ਸੋ ਬ੍ਰਿਜ ਵੀ ਇੱਕ ਪੁੱਲ ਵਾਂਗ ਹੁੰਦਾ ਹੈ ਜਿਸ ਦੀ ਵਰਤੋਂ ਜਿੱਦਾਂ ਆਮ ਤੌਰ ਤੇ ਕਿਹੜਾ ਬ੍ਰਿਜ ਹੈ ਉਹ ਦੋ ਪਿੰਡਾਂ ਨੂੰ ਆਪਸ ਵਿੱਚ ਜੋੜਨ ਲਈ ਕੰਮ ਆਉਂਦਾ ਹੈ। ਉਸੇ ਤਰ੍ਹਾਂ ਨਾਲ ਕੰਪਿਊਟਰ ਨੈਟਵਰਕ ਵਿੱਚ ਜਿਹੜਾ ਬ੍ਰਿਜ ਹੈ ਉਹ ਦੋ ਵੱਖ-ਵੱਖ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਬ੍ਰਿਜ ਡਾਟਾ ਪੈਕਟ ਨੂੰ ਅੱਗੇ ਭੇਜਣ ਲਈ ਇੱਕ ਮੈਕ ਐਡਰੈਸ ਸੂਚਨਾ ਦੀ ਵਰਤੋਂ ਕਰਦਾ ਹੈ। ਜਿਵੇਂ ਕਿ ਤੁਸੀਂ ਸੱਜੇ ਚਿੱਤਰ ਵਿੱਚ ਦੇਖ ਪਾ ਰਹੇ ਹੋ ਕਿ ਜੋ ਵੀ ਉੱਥੋਂ ਡਾਟਾ ਆ ਰਿਹਾ ਹੈ ਤਾਂ ਪਹਿਲੀ ਪੋਰਟ ਦੇ ਵਿੱਚ ਉਸ ਦਾ ਮੈਕ ਐਡਰੈਸ ਚੈੱਕ ਕਰ ਰਿਹਾ ਹੈ ਜਿਸ ਵਿੱਚ ਸੈਗਮੈਂਟ 1 ਸੈਗਮੈਂਟ 2 ਲਿਖਿਆ ਹੋਇਆ। ਇਹ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ ਤੇ ਉਹੀ ਪੈਕਟ ਭੇਜਦਾ ਹੈ ਜੋ ਉਸ ਨਾਲ ਸੰਬੰਧਿਤ ਹੁੰਦੇ ਹਨ। ਸੋ ਬ੍ਰਿਜ ਦੀ ਇੱਕ ਇਨਪੁਟ ਅਤੇ ਆਊਟਪੁੱਟ ਪੋਰਟ ਹੁੰਦੀ ਹੈ। ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ ਜਿਹੜੀਆਂ ਦੋ ਪੋਰਟਾਂ ਹੈ, ਇੱਕ ਇਸ ਦੀ ਇਨਪੁਟ ਪੋਰਟ ਨੂੰ ਦਰਸਾ ਰਿਹਾ, ਦੂਸਰਾ ਆਊਟਪੁੱਟ ਪੋਰਟ ਨੂੰ ਦਰਸਾ ਰਿਹਾ। ਸੋ ਬ੍ਰਿਜ ਦੀਆਂ ਦੋ ਮੁੱਖ ਕਿਸਮਾਂ ਹੁੰਦੀਆਂ ਹਨ, ਪਾਰਦਰਸ਼ੀ ਬੇਸਿਕ ਬ੍ਰਿਜ ਅਤੇ ਦੂਸਰਾ ਹੈ ਸੋਰਸ ਰੂਟਿੰਗ ਬ੍ਰਿਜ। ਅੱਗੇ ਸਾਡੇ ਕੋਲ ਹੈ ਅਗਲਾ ਯੰਤਰ ਗੇਟਵੇ। ਸੋ ਗੇਟਵੇ ਦੋ ਨੈਟਵਰਕਾਂ ਦਾ ਇੱਕ ਭਾਗ ਹੁੰਦਾ ਹੈ ਜੋ ਨੈਟਵਰਕ ਵਿੱਚ ਵੱਖੋ ਵੱਖਰੇ ਪ੍ਰੋਟੋਕੋਲ ਦੀ ਵਰਤੋਂ ਕਰਦੇ ਹਨ। ਗੇਟਵੇ ਪਹਿਲੇ ਪ੍ਰੋਟੋਕੋਲ ਦਾ ਦੂਜੇ ਪ੍ਰੋਟੋਕੋਲ ਵਿੱਚ ਅਨੁਵਾਦ ਕਰਦਾ ਹੈ, ਇਸੇ ਕਰਕੇ ਇਸ ਨੂੰ ਪ੍ਰੋਟੋਕੋਲ ਕਨਵਰਟਰ ਵੀ ਕਿਹਾ ਜਾਂਦਾ ਹੈ ਅਤੇ ਇਹ ਕਿਸੇ ਵੀ ਨੈਟਵਰਕ ਲੇਅਰ ਤੇ ਆਪਰੇਟ ਕਰ ਸਕਦਾ ਹੈ। ਸੋ ਗੇਟਵੇ ਦੀ ਕੰਮ ਕਰਨ ਦੀ ਪ੍ਰਕਿਰਿਆ ਰਾਊਟਰ ਜਾਂ ਸਵਿਚ ਨਾਲੋਂ ਵੱਧ ਗੁੰਝਲਦਾਰ ਹੁੰਦੀ ਹੈ ਕਿਉਂਕਿ ਰਾਊਟਰ ਜਾਂ ਸਵਿਚ ਸੰਚਾਰ ਕਰਨ ਲਈ ਇੱਕ ਤੋਂ ਵੱਧ ਪ੍ਰੋਟੋਕੋਲ ਦੀ ਵਰਤੋਂ ਕਰਦੇ ਹਨ। ਘਰਾਂ ਵਿੱਚ ਵਰਤੇ ਜਾਂਦੇ ਇੰਟਰਨੈਟ ਲਈ ਗੇਟਵੇ ਇੱਕ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੁੰਦਾ ਹੈ ਜੋ ਇੰਟਰਨੈਟ ਵਰਤਣ ਦੀ ਸਹੂਲਤ ਸਾਨੂੰ ਦਿੰਦਾ ਹੈ। ਅਗਲਾ ਸਾਡੇ ਕੋਲ ਨੈਟਵਰਕ ਯੰਤਰ ਹੈ ਬਰਾਊਟਰ। ਸੋ ਬਰਾਊਟਰ ਬ੍ਰਿਜ ਅਤੇ ਰਾਊਟਰ ਦੋਵਾਂ ਦਾ ਸੁਮੇਲ ਹੁੰਦਾ ਹੈ ਅਤੇ ਇਹ ਬ੍ਰਿਜ ਅਤੇ ਰਾਊਟਰ ਵਾਂਗ ਹੀ ਕੰਮ ਕਰਦਾ ਹੈ। ਬਰਾਊਟਰ ਉਹਨਾਂ ਨੈਟਵਰਕਾਂ ਨੂੰ ਜੋੜਦਾ ਹੈ ਜੋ ਵੱਖੋ ਵੱਖਰੇ ਪ੍ਰੋਟੋਕੋਲ ਦੀ ਵਰਤੋਂ ਕਰਦੇ ਹਨ ਅਤੇ ਇਸ ਨੂੰ ਰਾਊਟਰ ਜਾਂ ਬ੍ਰਿਜ ਦੀ ਜਗ੍ਹਾ ਕੰਮ ਕਰਨ ਲਈ ਪ੍ਰੋਗਰਾਮ ਵੀ ਕੀਤਾ ਜਾ ਸਕਦਾ ਹੈ। ਸੋ ਬਰਾਊਟਰ ਰਾਊਟਰ ਦੀ ਜਗ੍ਹਾ ਕੰਮ ਕਰਨ ਲਈ ਇਸ ਸਮੁੱਚੇ ਨੈਟਵਰਕ ਵਿੱਚ ਪੈਕਟ ਨੂੰ ਰੂਟ ਕਰ ਸਕਦਾ ਹੈ ਅਤੇ ਬ੍ਰਿਜ ਵਜੋਂ ਕੰਮ ਕਰਨ ਲਈ ਇਹ ਲੋਕਲ ਏਰੀਆ ਨੈਟਵਰਕ ਦੇ ਟ੍ਰੈਫਿਕ ਨੂੰ ਫਿਲਟਰ ਕਰਨ ਦੇ ਵੀ ਸਮਰਥ ਹੁੰਦਾ ਹੈ। ਸੋ ਅੱਗੇ ਹੁਣ ਅਸੀਂ ਸੰਚਾਰ ਮਾਧਿਅਮ ਬਾਰੇ ਜਾਣਾਂਗੇ। ਸੋ ਕੰਪਿਊਟਰ ਨੈਟਵਰਕਿੰਗ ਵਿੱਚ ਕੰਪਿਊਟਰ ਅਤੇ ਟੈਲੀਕਮਿਊਨੀਕੇਸ਼ਨ ਯੰਤਰ ਡਾਟੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣ ਲਈ ਸਿਗਨਲ ਦੀ ਵਰਤੋਂ ਕਰਦੇ ਹਨ ਅਤੇ ਇਹ ਸਿਗਨਲ ਇਲੈਕਟ੍ਰੋਮੈਗਨੈਟਿਕ ਊਰਜਾ ਦੇ ਰੂਪ ਵਿੱਚ ਵੱਖ-ਵੱਖ ਯੰਤਰਾਂ ਵਿਚਕਾਰ ਸੰਚਾਰ ਕਰਦੇ ਹਨ। ਸੋ ਇੱਕ ਸੰਚਾਰ ਮਾਧਿਅਮ ਕੋਈ ਵੀ ਸਮੱਗਰੀ ਪਦਾਰਥ ਹੁੰਦਾ ਹੈ ਜਿਹੜਾ ਲਹਿਰਾਂ ਜਾਂ ਊਰਜਾ ਨੂੰ ਫੈਲਾਉਂਦਾ ਹੈ। ਸੋ ਇਸ ਵਿੱਚ ਡਾਟਾ ਕਈ ਮਾਧਿਅਮਾਂ ਰਾਹੀਂ ਸੰਚਾਰ ਕਰ ਸਕਦਾ ਹੈ ਜਿਵੇਂ ਤਾਂਬੇ ਦੀਆਂ ਤਾਰਾਂ, ਫਾਈਬਰ ਆਪਟੀਕਲ ਤਾਰ, ਰੇਡੀਓ ਅਤੇ ਮਾਈਕ੍ਰੋਵੇਵ ਰਾਹੀਂ ਜਿਹੜਾ ਸੰਚਾਰ ਹੈ ਉਹ ਕਰ ਸਕਦਾ ਹੈ। ਸੋ ਅੱਗੇ ਹੁਣ ਅਸੀਂ ਸੰਚਾਰ ਮਾਧਿਅਮ ਦੀ ਕਿਸਮਾਂ ਬਾਰੇ ਜਾਣ ਲੈਂਦੇ ਹਾਂ। ਸੰਚਾਰ ਮਾਧਿਅਮ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਗਾਈਡਡ ਮੀਡੀਆ ਅਤੇ ਦੂਸਰੀ ਹੈ ਅਨਗਾਈਡਡ ਮੀਡੀਆ। ਜਿਹੜੀ ਗਾਈਡਡ ਮੀਡੀਆ ਹੈ ਇਸ ਦੀ ਵੀ ਅੱਗੇ ਤਿੰਨ ਕਿਸਮਾਂ ਹੁੰਦੀਆਂ ਹਨ। ਪਹਿਲੀ ਹੈ ਟਵਿਸਟਡ ਪੇਅਰ ਕੇਬਲ, ਦੂਸਰਾ ਕੋਐਕਸੀਅਲ ਕੇਬਲ, ਤੀਸਰਾ ਹੈ ਫਾਈਬਰ ਆਪਟੀਕਲ ਕੇਬਲ। ਉਸੇ ਤਰ੍ਹਾਂ ਨਾਲ ਅਨਗਾਈਡਡ ਮੀਡੀਆ ਦੀਆਂ 7 ਕਿਸਮਾਂ ਹੁੰਦੀਆਂ ਹਨ ਜਿਸ ਵਿੱਚ ਪਹਿਲਾ ਹੈ ਇਨਫਰਾਰੈਡ, ਦੂਸਰਾ NFC, ਤੀਸਰਾ ਬਲੂਟੁੱਥ, ਚੌਥਾ ਵਾਈਫਾਈ, ਪੰਜਵਾਂ ਰੇਡੀਓ ਵੇਵ, ਛੇਵਾਂ ਮਾਈਕ੍ਰੋਵੇਵ, ਸੱਤਵਾਂ ਸੈਟੇਲਾਈਟ। ਸਭ ਤੋਂ ਪਹਿਲਾਂ ਅਸੀਂ ਗਾਈਡਡ ਮੀਡੀਆ ਬਾਰੇ ਜਾਣ ਲੈਂਦੇ ਹਾਂ। ਸੋ ਕੰਪਿਊਟਰ ਨੈਟਵਰਕਿੰਗ ਵਿੱਚ ਕੰਪਿਊਟਰ ਅਤੇ ਸੰਚਾਰ ਯੰਤਰ ਡਾਟੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣ ਲਈ ਸਿਗਨਲ ਦੀ ਵਰਤੋਂ ਕਰਦੇ ਹਨ ਅਤੇ ਇਹ ਸਿਗਨਲ ਇਲੈਕਟ੍ਰੋਮੈਗਨੈਟਿਕ ਊਰਜਾ ਦੇ ਰੂਪ ਵਿੱਚ ਵੱਖ-ਵੱਖ ਯੰਤਰਾਂ ਵਿਚਕਾਰ ਸੰਚਾਰ ਕਰਦੇ ਹਨ। ਸੋ ਇੱਕ ਸੰਚਾਰ ਮਾਧਿਅਮ ਕੋਈ ਵੀ ਸਮੱਗਰੀ ਪਦਾਰਥ ਹੁੰਦਾ ਹੈ ਜਿਹੜਾ ਕਿਸੇ ਲਹਿਰ ਜਾਂ ਊਰਜਾ ਨੂੰ ਫੈਲਾਉਂਦਾ ਹੈ। ਸੋ ਇਸ ਵਿੱਚ ਡਾਟਾ ਜਿਹੜਾ ਹੈ ਉਹ ਤਾਂਬੇ ਦੀਆਂ ਤਾਰਾਂ, ਫਾਈਬਰ ਆਪਟੀਕਲ ਕੇਬਲ ਜਾਂ ਕੋਐਕਸੀਅਲ ਕੇਬਲ ਰਾਹੀਂ ਸੰਚਾਰ ਕਰਦਾ ਹੈ।
ਸੋ ਅੱਗੇ ਅਸੀਂ ਹੁਣ ਗਾਈਡਡ ਮੀਡੀਆ ਦੀ ਪਹਿਲੀ ਕਿਸਮ ਬਾਰੇ ਜਾਣ ਲੈਂਦੇ ਹਾਂ, ਜੋ ਹੈ ਸਾਡੇ ਕੋਲ ਟਵਿਸਟਡ ਪੇਅਰ ਕੇਬਲ। ਜਿਵੇਂ ਕਿ ਤੁਸੀਂ ਹੇਠਾਂ ਦੇਖ ਪਾ ਰਹੇ ਹੋ, ਟਵਿਸਟਡ ਪੇਅਰ ਵਾਲੀ ਕੇਬਲਿੰਗ ਵਿੱਚ ਦੋ ਵੱਖੋ ਵੱਖਰੀਆਂ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ। ਇਹ ਦੋਵੇਂ ਤਾਰਾਂ ਇੱਕ ਦੂਜੇ ਨਾਲ ਲਿਪਟੀਆਂ ਹੋਈ ਹੁੰਦੀਆਂ ਹਨ। ਹਰੇਕ ਜੋੜੇ ਵਿੱਚ ਇੱਕ ਤਾਰ ਡਾਟਾ ਟ੍ਰਾਂਸਫਰ ਕਰਨ ਲਈ ਅਤੇ ਦੂਜੀ ਤਾਰ ਨੂੰ ਅਰਥਿੰਗ ਕਰਨ ਲਈ ਵਰਤਿਆ ਜਾਂਦਾ ਹੈ। ਸੋ ਇਹਨਾਂ ਦੋ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਨੂੰ ਇੱਕ ਦੂਜੇ ਦੇ ਆਲੇ ਦੁਆਲੇ ਇਸ ਕਰਕੇ ਵਲੇਟਿਆ ਜਾਂਦਾ ਹੈ ਤਾਂ ਜੋ ਇਹਨਾਂ ਤਾਰਾਂ ਦੇ ਵਿਚਕਾਰ ਕ੍ਰੋਸ ਟਾਕ ਨੂੰ ਜਾਂ ਜਿਹੜੀ ਨੋਇਸ ਹੈ ਉਸ ਨੂੰ ਘੱਟ ਕੀਤਾ ਜਾ ਸਕੇ। ਸੋ ਇਹ ਤਾਰ ਲਚਕੀਲੀ ਹੁੰਦੀ ਹੈ ਅਤੇ ਇੱਛੁਕ ਡਿਵਾਈਸ ਪ੍ਰਤੀ ਆਸਾਨੀ ਨਾਲ ਜੁੜ ਸਕਦੀ ਹੈ। ਇਸ ਕੇਬਲ ਰਾਹੀਂ 1 ਤੋਂ 2 ਮੈਗਾਬਿਟ ਪਰ ਸੈਕਿੰਡ ਦੀ ਸਪੀਡ ਦੇ ਨਾਲ 1 ਕਿਲੋਮੀਟਰ ਜਾਂ ਵੱਧ ਦੂਰੀ ਤੱਕ ਜਿਹੜਾ ਡਾਟਾ ਹੈ ਉਹ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਕੇਬਲ ਦੀ ਦੂਰੀ ਜਿੰਨੀ ਘੱਟ ਹੋਵੇਗੀ, ਡਾਟਾ ਟ੍ਰਾਂਸਫਰ ਦੀ ਸਪੀਡ ਵੀ ਉਨੀ ਹੀ ਵੱਧ ਹੋਵੇਗੀ। ਅੱਗੇ ਹੁਣ ਅਸੀਂ ਟਵਿਸਟਡ ਪੇਅਰ ਕੇਬਲ ਦੀਆਂ ਦੋ ਕਿਸਮਾਂ ਬਾਰੇ ਜਾਣ ਲੈਂਦੇ ਹਾਂ, ਜਿਸ ਵਿੱਚ ਪਹਿਲੀ ਸਾਡੇ ਕੋਲ ਅਨਸ਼ੀਲਡਡ ਟਵਿਸਟਡ ਪੇਅਰ। ਸੋ ਇਹਨਾਂ ਵਿੱਚ ਤਾਰਾਂ ਅਤੇ ਇਨਸੂਲੇਟਰ ਹੁੰਦੇ ਹਨ, ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ। ਦੂਸਰਾ ਸਾਡੇ ਕੋਲ ਸ਼ੀਲਡਡ ਟਵਿਸਟਡ ਪੇਅਰ। ਇਹ ਬੁਣੀ ਹੋਈ ਜਾਲੀਦਾਰ ਤਾਰ ਹੁੰਦੀ ਹੈ ਅਤੇ ਤਾਰ ਦਾ ਹਰ ਜੋੜਾ ਇਨਸੂਲੇਟਡ ਮਤਲਬ ਢੱਕਿਆ ਹੋਇਆ ਹੁੰਦਾ ਹੈ। ਅਗਲੇ ਸਾਡੇ ਕੋਲ ਹੈ ਟਵਿਸਟਡ ਪੇਅਰ ਕੇਬਲ ਦੇ ਲਾਭ ਅਤੇ ਨੁਕਸਾਨ। ਸਭ ਤੋਂ ਪਹਿਲਾਂ ਅਸੀਂ ਇਸ ਦੇ ਲਾਭ ਬਾਰੇ ਜਾਣ ਲੈਂਦੇ ਹਾਂ। ਜਿਸ ਸਾਡੇ ਕੋਲ ਪਹਿਲਾ ਲਾਭ ਹੈ, ਇਹ ਕੇਬਲ ਐਨਾਲੋਗ ਅਤੇ ਡਿਜੀਟਲ ਪ੍ਰਸਾਰਣ ਦੋਵਾਂ ਲਈ ਵਰਤੀਆਂ ਜਾ ਸਕਦੀਆਂ ਹਨ। ਇਹ ਦੂਰੀ ਘੱਟ ਲਈ ਸਸਤੀਆਂ ਹੁੰਦੀਆਂ ਹਨ। ਜੇਕਰ ਨੈਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਨੈਟਵਰਕ ਡਾਊਨ ਜਾਂ ਸਲੋ ਹੋ ਜਾਂਦਾ ਹੈ। ਅੱਗੇ ਹੁਣ ਅਸੀਂ ਟਵਿਸਟਡ ਪੇਅਰ ਕੇਬਲ ਦੇ ਨੁਕਸਾਨ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਨੁਕਸਾਨ ਹੈ, ਰਿਪੀਟਰਾਂ ਦੀ ਵਰਤੋਂ ਕੀਤੇ ਬਿਨਾਂ ਸਿਗਨਲ ਵੱਧ ਦੂਰੀ ਤੈਅ ਨਹੀਂ ਕਰ ਸਕਦਾ। ਦੂਸਰਾ ਹੈ 100 ਮੀਟਰ ਤੋਂ ਵੱਧ ਦੂਰੀ ਤੇ ਗਲਤੀ ਦੀ ਦਰ ਵੱਧ ਹੁੰਦੀ ਹੈ। ਤੇ ਤੀਸਰਾ ਹੈ ਬਹੁਤ ਪਤਲੀ ਤਾਰ ਹੋਣ ਕਰਕੇ ਇਹ ਆਸਾਨੀ ਨਾਲ ਟੁੱਟ ਜਾਂਦੀ ਹੈ, ਇਸ ਲਈ ਇਹ ਤਾਰ ਬ੍ਰੌਡਬੈਂਡ ਕਨੈਕਸ਼ਨ ਲਈ ਸਹੀ ਨਹੀਂ ਹੁੰਦੀ। ਅੱਗੇ ਹੁਣ ਅਸੀਂ ਕੋਐਕਸੀਅਲ ਕੇਬਲ ਬਾਰੇ ਜਾਣਦੇ ਹਾਂ। ਇਸ ਵਿੱਚ ਠੋਸ ਤਾਰ ਬਾਹਰੀ ਕੰਡਕਟਰ ਨਾਲ ਕਵਰ ਹੁੰਦੀ ਹੈ, ਜਿਸ ਦੇ ਦੁਆਲੇ ਇੱਕ ਜਾਂ ਵਧੇਰੇ ਧਾਤੂ ਦੀ ਪਤਲੀ ਪਰਤ ਜਾਂ ਤਾਰਾਂ ਦੀ ਸ਼ੀਲਡ ਹੁੰਦੀਆਂ ਹਨ, ਜੋ ਪਲਾਸਟਿਕ ਇਨਸੂਲੇਟਰ ਦੀ ਕਿਸੇ ਕਿਸਮ ਦੁਆਰਾ ਵੱਖ-ਵੱਖ ਹੁੰਦੀਆਂ ਹਨ। ਸੋ ਜਿਵੇਂ ਤੁਸੀਂ ਚਿੱਤਰ ਦੇਖ ਪਾ ਰਹੇ ਹੋ, ਸਭ ਤੋਂ ਪਹਿਲਾਂ ਸਾਡੇ ਕੋਲ ਬਾਹਰ ਹੈਗੀ ਆ ਆਊਟਸਾਈਡ ਇਨਸੂਲੇਸ਼ਨ। ਸਾਡੇ ਕੋਲ ਪਲਾਸਟਿਕ ਦਾ ਜਿਹੜਾ ਕਵਰ ਆ ਉਹ ਚੜਿਆ ਹੁੰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਕਾਪਰ ਮੈਸ਼ ਹੁੰਦਾ ਹੈ, ਇੱਕ ਜਾਲੀਦਾਰ ਤਾਂਬੇ ਦੀ ਜਿਹੜੀ ਤਾਰ ਹੈ ਉਹ ਉੱਪਰ ਚੜੀ ਹੁੰਦੀ ਹੈ। ਉਹਦੇ ਅੰਦਰ ਇੱਕ ਇਨਸੂਲੇਸ਼ਨ ਹੁੰਦਾ ਹੈ, ਇੱਕ ਪਲਾਸਟਿਕ ਦੀ ਇੱਕ ਵਾਇਰ ਹੁੰਦੀ ਹੈ। ਉਸ ਪਲਾਸਟਿਕ ਦੇ ਅੰਦਰ ਜਿਹੜੀ ਕਾਪਰ ਤਾਂਬੇ ਦੀ ਜਿਹੜੀ ਤਾਰ ਹੈ ਉਹ ਇਸ ਤਰ੍ਹਾਂ ਦੇ ਨਾਲ ਕਾਫੀ ਸਾਰੇ ਜਿਹੜੇ ਕਵਰ ਹੈ ਉਹਦੇ ਅੰਦਰ ਢੱਕੀ ਹੋਈ ਹੁੰਦੀ ਹੈ। ਇਸ ਵਿੱਚ ਅੰਦਰੂਨੀ ਕੋਰ ਜਿਹੜੀ ਤਾਂਬੇ ਦੀ ਤਾਰ ਹੈ ਉਹ ਸਿਗਨਲ ਲਿਜਾਂਦੀ ਹੈ ਅਤੇ ਸ਼ੀਲਡ ਗਰਾਊਂਡ ਪ੍ਰਦਾਨ ਕਰਦੀ ਹੈ। ਇਸ ਕੇਬਲ ਦੀ ਜ਼ਿਆਦਾਤਰ ਵਰਤੋਂ ਲੋਕਲ ਏਰੀਆ ਨੈਟਵਰਕ, ਕੇਬਲ ਟੀਵੀ ਜਾਂ ਉਸ ਥਾਵਾਂ 'ਤੇ ਕੀਤੀ ਜਾਂਦੀ ਹੈ ਜਿੱਥੇ ਹਾਈ ਸਪੀਡ ਪੁਆਇੰਟ ਟੂ ਪੁਆਇੰਟ ਲਾਈਨ ਦੀ ਜ਼ਰੂਰਤ ਪੈਂਦੀ ਹੈ। ਇਸ ਕੇਬਲ ਰਾਹੀਂ 1 ਕਿਲੋਮੀਟਰ ਦੇ ਦਾਇਰੇ ਵਿੱਚ 100 ਮੈਗਾਬਿਟ ਪਰ ਸੈਕਿੰਡ ਦੀ ਦਰ ਨਾਲ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਅੱਗੇ ਅਸੀਂ ਇਸ ਦੇ ਫਾਇਦੇ ਬਾਰੇ ਜਾਣਾਂਗੇ। ਸੋ ਬਾਹਰੀ ਸ਼ੋਰ ਸ਼ਰਾਬੇ ਤੋਂ ਇਸ ਦੇ ਸਿਗਨਲ 'ਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਸੰਘਣੀ ਕੋਐਕਸੀਅਲ ਕੇਬਲ ਵਿੱਚ ਇੱਕ ਵਾਧੂ ਸੁਰੱਖਿਆ ਪਲਾਸਟਿਕ ਕਵਰ ਹੁੰਦਾ ਹੈ, ਜੋ ਨਮੀ ਨੂੰ ਦੂਰ ਰੱਖਣ ਵਿੱਚ ਵੀ ਮਦਦ ਕਰਦਾ ਹੈ। ਦੋਵੇਂ ਐਨਾਲੋਗ ਅਤੇ ਡਿਜੀਟਲ ਸਿਗਨਲ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ। ਇਸ ਨੂੰ ਸਥਾਪਿਤ ਕਰਨਾ ਅਤੇ ਰੱਖ ਰਖਾਵ ਕਰਨਾ ਵੀ ਸੌਖਾ ਹੁੰਦਾ ਹੈ। ਅੱਗੇ ਅਸੀਂ ਇਸ ਦੇ ਨੁਕਸਾਨ ਬਾਰੇ ਜਾਣ ਲੈਂਦੇ ਹਾਂ। ਸੋ ਟਵਿਸਟਡ ਪੇਅਰ ਕੇਬਲ ਦੇ ਮੁਕਾਬਲੇ ਕੋਐਕਸੀਅਲ ਕੇਬਲ ਮਹਿੰਗੀ ਹੁੰਦੀ ਹੈ। ਸੰਘਣੀ ਕੋਐਕਸੀਅਲ ਕੇਬਲ ਆਸਾਨੀ ਨਾਲ ਨਹੀਂ ਮੁੜਦੀ ਅਤੇ ਇਸ ਨੂੰ ਇੰਸਟਾਲ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ। ਅੱਗੇ ਹੁਣ ਅਸੀਂ ਆਪਟੀਕਲ ਫਾਈਬਰ ਕੇਬਲ ਬਾਰੇ ਜਾਣ ਲੈਂਦੇ ਹਾਂ। ਇਹ ਕੇਬਲ ਕੱਚ ਦੇ ਹਜ਼ਾਰਾਂ ਪਤਲੇ ਰੇਸ਼ਿਆਂ ਤੋਂ ਬਣੀ ਹੁੰਦੀ ਹੈ। ਹਰੇਕ ਸ਼ੀਸ਼ੇ ਦਾ ਇੱਕ ਰੇਸ਼ਾ ਇੱਕ ਬਾਲ ਵਾਂਗ ਪਤਲਾ ਹੁੰਦਾ ਹੈ, ਜਿਸ ਵਿੱਚੋਂ ਰੋਸ਼ਨੀ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਜਿਵੇਂ ਤੁਸੀਂ ਹੇਠਾਂ ਚਿੱਤਰ ਵੀ ਦੇਖ ਪਾ ਰਹੇ ਹੋ, ਇਸ ਵਿੱਚ ਰੋਸ਼ਨੀ ਦੀ ਇੱਕ ਕਿਰਨ ਨੂੰ ਮਿਲੀਅਨ ਬਿਟ ਪਰ ਸੈਕਿੰਡ ਦੀ ਗਤੀ ਨਾਲ ਭੇਜਿਆ ਜਾਂਦਾ ਹੈ। ਇੱਕ ਫਾਈਬਰ ਕੇਬਲ ਕੁਝ ਟੈਲੀਵਿਜ਼ਨ ਸਿਗਨਲ ਅਤੇ ਹਜ਼ਾਰਾਂ ਟੈਲੀਫੋਨ ਲਾਈਨਾਂ ਦੇ ਸਿਗਨਲ ਨੂੰ ਟ੍ਰਾਂਸਫਰ ਕਰ ਸਕਦੀ ਹੈ। ਇਸ ਕੇਬਲ ਦਾ ਆਕਾਰ ਅਤੇ ਭਾਰ ਕੋਐਕਸੀਅਲ ਕੇਬਲ ਦੇ ਮੁਕਾਬਲੇ ਘੱਟ ਹੁੰਦਾ ਹੈ ਅਤੇ ਡਾਟਾ ਟ੍ਰਾਂਸਫਰ ਦਰ ਵੀ ਕੋਐਕਸੀਅਲ ਕੇਬਲ ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਸੋ ਅੱਗੇ ਇਸ ਦੇ ਅਸੀਂ ਫਾਇਦੇ ਬਾਰੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾ ਫਾਇਦਾ ਹੈ, ਇੱਕ ਸਿੰਗਲ ਮੋਡ ਫਾਈਬਰ ਨੂੰ ਤਾਂਬੇ ਦੀ ਵੱਡੀ
ਅਤੇ ਭਾਰੀ ਤਾਰ ਦੀ ਥਾਂ ਤੇ ਵਰਤਿਆ ਜਾ ਸਕਦਾ ਹੈ। ਉੱਚ ਬੈਂਡਵਿਡਥ ਉਦਯੋਗਿਕ ਅਤੇ ਸ਼ੋਰ ਵਾਲੇ ਖੇਤਰਾਂ ਲਈ ਇਹ ਢੁਕਵੀਂ ਸਾਬਿਤ ਹੋ ਸਕਦੀ ਹੈ। ਇਸ ਵਿੱਚ ਡਾਟਾ ਸਿਗਨਲ ਕਮਜ਼ੋਰ ਨਹੀਂ ਪੈਂਦੇ ਅਤੇ ਡਾਟਾ ਨੂੰ ਲੰਬੀ ਦੂਰੀ ਤੱਕ ਭੇਜਿਆ ਜਾ ਸਕਦਾ ਹੈ। ਅੱਗੇ ਇਸ ਦੇ ਸਾਡੇ ਕੋਲ ਨੁਕਸਾਨ ਹੈ। ਪਹਿਲਾ ਨੁਕਸਾਨ ਹੈ ਆਪਟੀਕਲ ਫਾਈਬਰ ਕੇਬਲ ਦੀ ਜਿਹੜੀ ਕੀਮਤ ਹੈ ਬਹੁਤ ਮਹਿੰਗੀ ਹੁੰਦੀ ਹੈ। ਆਪਟੀਕਲ ਫਾਈਬਰ ਕੇਬਲ ਨੂੰ ਪਾਲਿਸ਼ ਕਰਨਾ ਪੈਂਦਾ ਹੈ ਤਾਂ ਜੋ ਥੋੜ੍ਹੇ ਜਿਹੇ ਨੁਕਸਾਨ ਦੇ ਨਾਲ ਪ੍ਰਕਾਸ਼ ਨੂੰ ਆਸਾਨੀ ਨਾਲ ਭੇਜਿਆ ਜਾ ਸਕੇ। ਪ੍ਰਕਾਸ਼ ਦੀਆਂ ਤਰੰਗਾਂ ਯੂਨੀਡਾਇਰੈਕਸ਼ਨਲ ਹੁੰਦੀਆਂ ਹਨ, ਇਸ ਲਈ ਫੁੱਲ ਡੁਪਲੈਕਸ ਸੰਚਾਰ ਲਈ 2 ਫ੍ਰੀਕੁਐਂਸੀ ਦੀ ਲੋੜ ਪੈਂਦੀ ਹੈ। ਅੱਗੇ ਹੁਣ ਅਸੀਂ ਅਨਗਾਈਡਡ ਮੀਡੀਆ ਬਾਰੇ ਜਾਣਾਂਗੇ। ਅਨਗਾਈਡਡ ਮੀਡੀਆ ਵਿੱਚ ਸਿਗਨਲ ਸਮੂਹ ਦਿਸ਼ਾਵਾਂ ਵਿੱਚ ਸੁਤੰਤਰਤਾ ਨਾਲ ਭੇਜੇ ਜਾਂਦੇ ਹਨ। ਇਹਨਾਂ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਨਗਾਈਡਡ ਮੀਡੀਆ ਬਿਨਾਂ ਕਿਸੇ ਫਿਜ਼ੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਟ੍ਰਾਂਸਫਰ ਕਰਦਾ ਹੈ। ਅਨਗਾਈਡਡ ਮੀਡੀਆ ਸੰਚਾਰ ਮਾਧਿਅਮ ਇੱਕ ਡਾਟਾ ਸਿਗਨਲ ਹੈ ਜੋ ਹਵਾ ਰਾਹੀਂ ਵਹਿੰਦਾ ਹੈ। ਇਹ ਮੀਡੀਆ ਕਿਸੇ ਚੈਨਲ ਵੱਲੋਂ ਅਪਣਾਏ ਜਾਣ ਜਾਂ ਮਾਰਗਦਰਸ਼ਨ ਲਈ ਸ਼੍ਰੇਣੀਬੱਧ ਨਹੀਂ ਹੁੰਦੇ। ਇਹ ਤਰੰਗ ਪ੍ਰਸਾਰ ਦੀ ਕਿਸਮ ਦੁਆਰਾ ਸ਼੍ਰੇਣੀਬੱਧ ਕੀਤੇ ਜਾਂਦੇ ਹਨ। ਅੱਗੇ ਅਸੀਂ ਅਨਗਾਈਡਡ ਮੀਡੀਆ ਦੀ ਪਹਿਲੀ ਕਿਸਮ ਬਾਰੇ ਜਾਣ ਲੈਂਦੇ ਹਾਂ, ਜੋ ਹੈ ਸਾਡੇ ਕੋਲ ਇਨਫਰਾਰੈਡ। ਇਨਫਰਾਰੈਡ ਵਾਇਰਲੈਸ ਮੋਬਾਈਲ ਟੈਕਨੋਲੋਜੀ ਦੀ ਕਿਸਮ ਹੈ ਜਿਸ ਦੀ ਵਰਤੋਂ ਛੋਟੇ ਖੇਤਰ ਵਿੱਚ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਨਫਰਾਰੈਡ ਸੰਚਾਰ ਦੀ ਵੱਡੀ ਖਾਮੀ ਇਹ ਹੈ ਕਿ ਇਹ ਲਾਈਨ ਆਫ ਸਾਈਟ ਸਿਧਾਂਤ ਅਨੁਸਾਰ ਕੰਮ ਕਰਦੀ ਹੈ ਅਤੇ ਇਸ ਦੀ ਟਰਾਂਸਮਿਸ਼ਨ ਰੇਂਜ ਸੀਮਿਤ ਹੁੰਦੀ ਹੈ, ਜਿਸ ਕਾਰਨ ਇਸ ਦੇ ਸਿਗਨਲ ਰਸਤੇ ਵਿੱਚ ਆ ਰਹੇ ਕਿਸੇ ਵੀ ਦੀਵਾਰ ਨੂੰ ਜਾਂ ਕਿਸੇ ਵੀ ਆਬਜੈਕਟ ਨੂੰ ਪਾਰ ਨਹੀਂ ਕਰ ਸਕਦੇ। ਇਨਫਰਾਰੈਡ ਦੀ ਵਰਤੋਂ ਲੰਬੀ ਦੂਰੀ ਦੇ ਸੰਚਾਰ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਦੀ ਵਰਤੋਂ ਬੰਦ ਜਗ੍ਹਾ ਵਿੱਚ ਸੀਮਿਤ ਹੁੰਦੀ ਹੈ। ਇਨਫਰਾਰੈਡ ਦੀ ਵਰਤੋਂ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦੀ ਵੀ ਜ਼ਰੂਰਤ ਨਹੀਂ ਹੁੰਦੀ। ਅੱਗੇ ਦੂਸਰਾ ਸਾਡੇ ਕੋਲ ਅਨਗਾਈਡਡ ਮੀਡੀਆ ਹੈ NFC। NFC ਦਾ ਪੂਰਾ ਨਾਮ ਹੈ ਨੀਅਰ ਫੀਲਡ ਕਮਿਊਨੀਕੇਸ਼ਨ ਹੈ। ਇਹ ਇੱਕ ਨਵੀਂ ਕਿਸਮ ਦੀ ਟੈਕਨੋਲੋਜੀ ਹੈ ਜੋ ਡਾਟਾ ਟ੍ਰਾਂਸਫਰ ਕਰਨ ਲਈ ਵਰਤੀ ਜਾਂਦੀ ਹੈ। ਇਹ ਇੱਕ ਕੰਟੈਕਟਲੈਸ ਤਕਨੀਕ ਹੈ ਜਿਸ ਵਿੱਚ NFC ਯੰਤਰ ਬਲੂਟੁੱਥ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਸ ਦੀ ਵਰਤੋਂ ਸੋਸ਼ਲ ਮੀਡੀਆ ਅਤੇ ਮਸ਼ਹੂਰੀ ਕਰਨ ਵਾਸਤੇ ਵੀ ਹੋ ਸਕਦੀ ਹੈ। NFC ਟੈਗ ਜਾਂ ਕਾਰਡ ਪੈਸਿਵ ਯੰਤਰ ਹੁੰਦੇ ਹਨ। ਇਹ ਡਾਟਾ ਸਟੋਰ ਕਰਨ ਅਤੇ ਇਸ ਡਾਟਾ ਨੂੰ NFC ਯੰਤਰ ਦੀ ਮਦਦ ਨਾਲ ਵਾਪਸ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। NFC ਦੀ ਮੁੱਖ ਉਦਾਹਰਨ ਦੁਕਾਨਾਂ ਤੇ ਲੱਗੇ NFC ਰੀਡਰ ਤੇ ਸਮਾਰਟਫੋਨ ਨੂੰ ਸਵਾਈਪ ਕਰਕੇ ਕੰਟੈਕਟਲੈਸ ਪੇਮੈਂਟਾਂ ਕਰਨਾ ਹੈ। NFC ਟ੍ਰਾਂਜੈਕਸ਼ਨ ਸੁਰੱਖਿਅਤ ਹੁੰਦੇ ਹਨ ਕਿਉਂਕਿ ਇਹ ਸੀਮਿਤ ਖੇਤਰ ਵਿੱਚ ਹੀ ਹੁੰਦੀ ਹੈ। ਅੱਗੇ ਸਾਡੇ ਕੋਲ ਅਗਲਾ ਯੰਤਰ ਹੈ ਬਲੂਟੁੱਥ। ਬਲੂਟੁੱਥ ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ ਜੋ ਫੋਨ, ਕੰਪਿਊਟਰ ਅਤੇ ਹੋਰ ਨੈਟਵਰਕ ਯੰਤਰਾਂ ਵਿਚਕਾਰ ਇੱਕ ਘੱਟ ਪਾਵਰ ਅਤੇ ਥੋੜ੍ਹੀ ਦੂਰੀ ਦੀ ਵਾਇਰਲੈਸ ਨੈਟਵਰਕਿੰਗ ਨੂੰ ਸਮਰੱਥ ਬਣਾਉਂਦੀ ਹੈ। ਦੋ ਬਲੂਟੁੱਥ ਯੰਤਰਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਹੁੰਦੀ ਹੈ ਉਸ ਨੂੰ ਪੇਅਰਿੰਗ ਕਿਹਾ ਜਾਂਦਾ ਹੈ। ਪਰਸਨਲ ਕੰਪਿਊਟਰ ਅਤੇ ਹੋਰ ਉਪਕਰਨਾਂ ਨੂੰ ਬਲੂਟੁੱਥ ਡੋਂਗਲ ਦੀ ਵਰਤੋਂ ਕਰਕੇ ਆਪਸ ਵਿੱਚ ਜੋੜਿਆ ਜਾ ਸਕਦਾ ਹੈ। ਬਲੂਟੁੱਥ ਨੈਟਵਰਕ ਵਿੱਚ ਡਾਇਨਾਮਿਕ ਟਪੋਲੋਜੀ ਵਰਤੀ ਜਾਂਦੀ ਹੈ ਜਿਸ ਨੂੰ ਪਿਕੋਨੈਟ ਵੀ ਕਿਹਾ ਜਾਂਦਾ ਹੈ। ਬਲੂਟੁੱਥ ਰਾਹੀਂ ਭੇਜੇ ਗਏ ਸਿਗਨਲ 30 ਫੁੱਟ ਦੀ ਦੂਰੀ ਤੱਕ ਹੀ ਪ੍ਰਸਾਰਿਤ ਹੋ ਸਕਦੇ ਹਨ। ਅਗਲਾ ਸਾਡੇ ਕੋਲ ਅਨਗਾਈਡਡ ਮੀਡੀਆ ਦੀ ਕਿਸਮ ਹੈ ਵਾਈਫਾਈ। ਵਾਈਫਾਈ ਦਾ ਪੂਰਾ ਨਾਮ ਵਾਇਰਲੈਸ ਫਾਈਡੈਲਿਟੀ ਹੈ ਅਤੇ ਇਸ ਨੂੰ ਵਾਇਰਲੈਸ ਲੋਕਲ ਏਰੀਆ ਨੈਟਵਰਕ ਵੀ ਕਿਹਾ ਜਾਂਦਾ ਹੈ। ਵਾਈਫਾਈ ਲੋਕਲ ਏਰੀਆ ਨੈਟਵਰਕ ਨੂੰ ਕੇਬਲ ਅਤੇ ਵਾਇਰਿੰਗ ਤੋਂ ਬਿਨਾਂ ਕੰਮ ਕਰਨ ਦੇ ਕਾਬਿਲ ਬਣਾਉਂਦਾ ਹੈ। ਵਾਈਫਾਈ ਦੀ ਵਰਤੋਂ ਨਾਲ ਅਸੀਂ ਇੱਕੋ ਨੈਟਵਰਕ ਨਾਲ ਜੁੜੇ ਹੋਏ 2 ਜਾਂ 2 ਤੋਂ ਵੱਧ ਉਪਕਰਨ ਵਿਚਕਾਰ ਜਾਣਕਾਰੀ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਚਿੱਤਰ ਦੇਖ ਪਾ ਰਹੇ ਹੋ, ਇਹ ਕਿਹੜਾ ਵਾਈਫਾਈ ਡਿਵਾਈਸ ਹੈ, ਉਹ ਮੋਬਾਈਲ ਵਿੱਚ ਵੀ ਯੂਜ਼ ਹੋ ਰਿਹਾ ਹੈ, ਲੈਪਟਾਪ 'ਚ ਵੀ ਯੂਜ਼ ਹੋ ਰਿਹਾ ਹੈ, ਡੈਸਕਟਾਪ PC 'ਚ ਵੀ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਸ ਤੋਂ ਇਲਾਵਾ ਜਿਹੜੇ ਟੈਬਲੇਟਸ ਹੈ ਉਹਨਾਂ 'ਚ ਵੀ ਅਸੀਂ ਵਾਈਫਾਈ ਸਿਗਨਲ ਦੀ ਵਰਤੋਂ ਕਰਕੇ ਇੰਟਰਨੈਟ ਕਨੈਕਸ਼ਨ ਦੀ ਵਰਤੋਂ ਕਰ ਰਹੇ ਹਾਂ। ਵਾਈਫਾਈ ਨੂੰ ਮੋਬਾਈਲ ਕੰਪਿਊਟਿੰਗ ਯੰਤਰਾਂ ਲਈ ਤਿਆਰ ਕੀਤਾ ਗਿਆ ਹੈ, ਪਰ ਹੁਣ ਇਲੈਕਟ੍ਰੋਨਿਕਸ ਜਿਵੇਂ ਟੈਲੀਵਿਜ਼ਨ, DVD ਪਲੇਅਰ ਅਤੇ ਇੱਥੋਂ ਤੱਕ ਕਿ ਡਿਜੀਟਲ ਕੈਮਰੇ ਵਿੱਚ ਵੀ ਇਸ ਦੀ ਜਿਹੜੀ ਵਰਤੋਂ ਹੈ ਉਹ ਹੋ ਰਹੀ ਹੈ। ਅਗਲਾ ਸਾਡੇ ਕੋਲ ਅਨਗਾਈਡਡ ਮੀਡੀਆ ਦੀ ਕਿਸਮ ਹੈ ਰੇਡੀਓ ਵੇਵ। ਰੇਡੀਓ ਵੇਵ ਇੱਕ ਕਿਸਮ ਦੇ ਇਲੈਕਟ੍ਰੋਮੈਗਨੈਟਿਕ ਵੇਵ ਹਨ ਅਤੇ ਸੰਚਾਰ ਟੈਕਨੋਲੋਜੀ ਜਿਵੇਂ ਕਿ ਟੈਲੀਵਿਜ਼ਨ, ਮੋਬਾਈਲ ਫੋਨ ਅਤੇ ਰੇਡੀਓ ਵਿੱਚ ਵਰਤੋਂ ਲਈ ਮਸ਼ਹੂਰ ਹਨ।
ਇਹ ਉਪਕਰਨ ਰੇਡੀਓ ਤਰੰਗਾਂ ਪ੍ਰਾਪਤ ਕਰਦੇ ਹਨ ਅਤੇ ਸਾਊਂਡ ਵੇਵ ਬਣਾਉਣ ਲਈ ਸਪੀਕਰ ਵਿੱਚ ਮਕੈਨੀਕਲ ਕੰਪਨ ਵਿੱਚ ਬਦਲਦੇ ਹਨ। ਜਦੋਂ ਐਂਟੀਨਾ ਰੇਡੀਓ ਤਰੰਗਾਂ ਦਾ ਸੰਚਾਰ ਕਰਦਾ ਹੈ ਤਾਂ ਉਹ ਖਾਲੀ ਥਾਂ ਵਿੱਚ ਸਾਰੀਆਂ ਦਿਸ਼ਾਵਾਂ ਵਿੱਚ ਫੈਲਾਏ ਜਾਂਦੇ ਹਨ। ਇਸ ਵਿੱਚ ਟਰਾਂਸਮਿਟ ਕੀਤੀ ਗਈ ਵੇਵ ਨੂੰ ਕੋਈ ਵੀ ਐਂਟੀਨਾ ਪ੍ਰਾਪਤ ਕਰ ਸਕਦਾ ਹੈ। ਰੇਡੀਓ ਵੇਵ ਦੀ ਫ੍ਰੀਕੁਐਂਸੀ ਹਰਟਜ਼ ਵਿੱਚ ਮਾਪੀ ਜਾਂਦੀ ਹੈ ਅਤੇ ਇੱਕ ਆਵਾਜ਼ ਦੀ ਪਿਚ ਫ੍ਰੀਕੁਐਂਸੀ ਰਾਹੀਂ ਮਾਪੀ ਜਾਂਦੀ ਹੈ। ਸੋ ਰੇਡੀਓ ਵੇਵ ਮਲਟੀਟਾਸਕਿੰਗ ਲਈ ਫਾਇਦੇਮੰਦ ਹੁੰਦੇ ਹਨ। ਇਸ ਵਿੱਚ ਇੱਕ ਸੈਂਟਰ ਅਤੇ ਬਹੁਤ ਸਾਰੇ ਰਿਸੀਵਰ ਹੁੰਦੇ ਹਨ। ਅਗਲੀ ਸਾਡੇ ਕੋਲ ਅਨਗਾਈਡਡ ਮੀਡੀਆ ਦੀ ਕਿਸਮ ਹੈ ਮਾਈਕ੍ਰੋਵੇਵ। ਸੋ ਮਾਈਕ੍ਰੋਵੇਵ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਕਿਸਮ ਦੀਆਂ ਵੇਵ ਹੁੰਦੀਆਂ ਹਨ, ਜਿਸ ਵਿੱਚ ਵੱਡੀਆਂ ਇਨਫਰਾਰੈਡ ਵੇਵ ਅਤੇ ਛੋਟੀਆਂ ਰੇਡੀਓ ਵੇਵ ਹੋ ਸਕਦੀਆਂ ਹਨ। ਘਰਾਂ ਵਿੱਚ ਖਾਣਾ ਪਕਾਉਣ ਦਾ ਤਰੀਕਾ ਮਾਈਕ੍ਰੋਵੇਵ ਦੀ ਉਦਾਹਰਨ ਹੈ, ਜਿਸ ਵਿੱਚ ਊਰਜਾ ਦੀ ਮਦਦ ਨਾਲ ਖਾਣਾ ਪਕਾਇਆ ਜਾਂਦਾ ਹੈ। ਮਾਈਕ੍ਰੋਵੇਵ ਛੋਟੀਆਂ ਹੁੰਦੀਆਂ ਹਨ ਕਿਉਂਕਿ ਇਹਨਾਂ ਵਿੱਚ ਆਮ ਰੇਡੀਓ ਪ੍ਰਸਾਰਣ ਵਿੱਚ ਵਰਤੀਆਂ ਜਾਂਦੀਆਂ ਵੇਵ ਦੀ ਤੁਲਨਾ ਵਿੱਚ ਘੱਟ ਲੰਬਾਈ ਦੀਆਂ ਵੇਵ ਹੁੰਦੀਆਂ ਹਨ। ਟੈਰੇਸਟਰੀਅਲ ਅਤੇ ਸੈਟੇਲਾਈਟ ਮਾਈਕ੍ਰੋਵੇਵ ਇਸ ਦੀਆਂ ਦੋ ਮੁੱਖ ਸ਼੍ਰੇਣੀਆਂ ਹੁੰਦੀਆਂ ਹਨ। ਅੱਗੇ ਅਸੀਂ ਮਾਈਕ੍ਰੋਵੇਵ ਦੇ ਫਾਇਦੇ ਅਤੇ ਨੁਕਸਾਨ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਫਾਇਦਾ ਹੈ ਮਾਈਕ੍ਰੋਵੇਵ ਥੋੜ੍ਹੀ ਦੂਰੀ ਲਈ ਸਸਤੀਆਂ ਹੁੰਦੀਆਂ ਹਨ ਕਿਉਂਕਿ ਲੰਬੀ ਦੂਰੀ ਲਈ ਉੱਚੇ ਟਾਵਰ ਦੀ ਲੋੜ ਪੈਂਦੀ ਹੈ। ਮਾਈਕ੍ਰੋਵੇਵ ਟਰਾਂਸਮਿਸ਼ਨ ਕੇਬਲ ਦੀ ਵਰਤੋਂ ਨਾਲੋਂ ਸਸਤਾ ਪੈਂਦਾ ਹੈ। ਮਾਈਕ੍ਰੋਵੇਵ ਸੌਖਾ ਸੰਚਾਰ ਪ੍ਰਦਾਨ ਕਰਦਾ ਹੈ। ਅੱਗੇ ਹੁਣ ਅਸੀਂ ਇਸ ਦੇ ਨੁਕਸਾਨ ਬਾਰੇ ਜਾਣਾਂਗੇ। ਇਸ ਦਾ ਪਹਿਲਾ ਨੁਕਸਾਨ ਹੈ ਮਾਈਕ੍ਰੋਵੇਵ ਸੰਚਾਰ ਵਿੱਚ ਬੈਂਡਵਿਡਥ ਸੀਮਿਤ ਹੁੰਦੀ ਹੈ। ਮਾਈਕ੍ਰੋਵੇਵ ਵਿੱਚ ਕਿਸੇ ਵੀ ਤਰ੍ਹਾਂ ਦੇ ਵਾਤਾਵਰਣ ਦੀ ਕੋਈ ਤਬਦੀਲੀ ਜਿਵੇਂ ਮੀਂਹ ਅਤੇ ਹਵਾ ਇਸ ਦੇ ਸਿਗਨਲ ਨੂੰ ਖਰਾਬ ਨਹੀਂ ਕਰ ਸਕਦੀ। ਅੱਗੇ ਅਸੀਂ ਹੁਣ ਸੰਚਾਰ ਮੋਡ ਬਾਰੇ ਜਾਣਾਂਗੇ। ਸੋ ਕਿਸੇ ਨੈਟਵਰਕ ਨਾਲ ਦੋ ਯੰਤਰਾਂ ਵਿਚਕਾਰ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ ਸੰਚਾਰ ਮੋਡ ਕਿਹਾ ਜਾਂਦਾ ਹੈ। ਇਹ ਇੱਕ ਦੂਜੇ ਨਾਲ ਜੁੜੇ ਉਪਕਰਨਾਂ ਦੇ ਵਿਚਕਾਰ ਸਿਗਨਲ ਦੇ ਵਹਾਅ ਦੀ ਦਿਸ਼ਾ ਵੀ ਦੱਸਦੇ ਹਨ। ਸੋ ਡਾਟਾ ਸੰਚਾਰ ਮੋਡ ਦੇ ਸਾਡੇ ਕੋਲ ਤਿੰਨ ਤਰੀਕੇ ਨੇ। ਪਹਿਲਾ ਹੈ ਸਿੰਪਲੈਕਸ ਮੋਡ, ਦੂਸਰਾ ਹਾਫ ਡੁਪਲੈਕਸ ਮੋਡ, ਤੀਸਰਾ ਫੁੱਲ ਡੁਪਲੈਕਸ ਮੋਡ। ਸਭ ਤੋਂ ਪਹਿਲਾਂ ਅਸੀਂ ਸਿੰਪਲੈਕਸ ਮੋਡ ਬਾਰੇ ਜਾਣਾਂਗੇ। ਸੋ ਸਿੰਪਲੈਕਸ ਮੋਡ ਵਿੱਚ ਡਾਟੇ ਦਾ ਸੰਚਾਰ ਇੱਕ ਦਿਸ਼ਾਵੀ ਜਾਂ ਇੱਕ ਤਰਫਾ ਹੁੰਦਾ ਹੈ। ਭਾਵ ਸੂਚਨਾ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦੀ ਹੈ ਅਤੇ ਇੱਕ ਪਾਸੇ ਟ੍ਰੈਫਿਕ ਹੋਣ ਕਰਕੇ ਸਿਗਨਲ ਸੈਂਟਰ ਕੋਲ ਵਾਪਿਸ ਨਹੀਂ ਭੇਜ ਸਕਦੇ। ਸੋ ਦੋ ਜੁੜੇ ਹੋਏ ਯੰਤਰਾਂ ਵਿੱਚੋਂ ਇੱਕ ਹੀ ਡਾਟਾ ਟ੍ਰਾਂਸਫਰ ਕਰ ਸਕਦਾ ਹੈ ਅਤੇ ਦੂਜਾ ਯੰਤਰ ਡਾਟਾ ਸਿਰਫ ਪ੍ਰਾਪਤ ਕਰ ਸਕਦਾ ਹੈ। ਸੋ ਉਦਾਹਰਨ ਦੇ ਲਈ ਸਿੰਪਲੈਕਸ ਮੋਡ ਕੰਪਿਊਟਰ ਅਤੇ ਕੀਬੋਰਡ ਦੇ ਵਿਚਕਾਰ ਵੇਖਿਆ ਜਾ ਸਕਦਾ ਹੈ। ਸੋ ਕੀਬੋਰਡ ਤੋਂ ਕੇਵਲ ਟਾਈਪ ਕਰਕੇ ਸੰਕੇਤ ਕੰਪਿਊਟਰ ਨੂੰ ਭੇਜਿਆ ਜਾ ਸਕਦਾ ਹੈ, ਪਰ ਕੀਬੋਰਡ ਨੂੰ ਵਾਪਸ ਕੋਈ ਵੀ ਸੰਕੇਤ ਪ੍ਰਾਪਤ ਨਹੀਂ ਹੁੰਦਾ। ਸੋ ਇੱਕ ਟੈਲੀਵਿਜ਼ਨ ਪ੍ਰਸਾਰਣ ਦੌਰਾਨ ਟੈਲੀਵਿਜ਼ਨ ਅਤੇ ਰਿਮੋਟ ਵੀ ਸਿੰਪਲੈਕਸ ਮੋਡ ਦੀਆਂ ਉਦਾਹਰਨਾਂ ਹਨ। ਸੋ ਅੱਗੇ ਸਾਡੇ ਕੋਲ ਹੈ ਹਾਫ ਡੁਪਲੈਕਸ ਮੋਡ। ਹਾਫ ਡੁਪਲੈਕਸ ਵਿੱਚ ਡਾਟੇ ਦਾ ਸੰਚਾਰ ਦੋਨਾਂ ਯੰਤਰਾਂ ਵਿਚਕਾਰ ਹੁੰਦਾ ਹੈ। ਭਾਵ ਸੈਂਡਰ ਅਤੇ ਰਿਸੀਵਰ ਦੋਨੋਂ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ, ਪਰ ਇੱਕ ਸਮੇਂ ਤੇ ਇੱਕ ਹੀ ਦਿਸ਼ਾ ਵਿੱਚ ਡਾਟਾ ਭੇਜਿਆ ਜਾ ਸਕਦਾ ਹੈ। ਸੋ ਦੂਸਰੇ ਕੰਪਿਊਟਰ ਨੂੰ ਪਹਿਲੇ ਕੰਪਿਊਟਰ ਤੱਕ ਡਾਟਾ ਭੇਜਣ ਲਈ ਵੇਟ ਕਰਨਾ ਪਏਗਾ। ਜਦੋਂ ਪਹਿਲੇ ਦਾ ਡਾਟਾ ਕੰਪਲੀਟ ਹੋ ਜਾਏਗਾ, ਉਸ ਤੋਂ ਬਾਅਦ ਹੀ ਦੂਸਰਾ ਕੰਪਿਊਟਰ ਪਹਿਲੇ ਕੰਪਿਊਟਰ ਨੂੰ ਡਾਟਾ ਭੇਜ ਸਕਦਾ ਹੈ। ਸੋ ਇਸ ਟਰਾਂਸਮਿਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕੋ ਸਮੇਂ ਤੇ ਡਾਟਾ ਸੰਚਾਰ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਇਸ ਦੀ ਉਦਾਹਰਨ ਹੈ ਵਾਕੀ ਟਾਕੀ। ਸੋ ਵਾਕੀ ਟਾਕੀ ਵਿੱਚ ਇੱਕ ਪਾਸੇ ਤੋਂ ਇੱਕ ਸੈਂਟਰ ਬੋਲਦਾ ਹੈ ਅਤੇ ਦੂਜੇ ਪਾਸੇ ਉਹ ਰਿਸੀਵਰ ਸੁਣਦਾ ਹੈ। ਸੋ ਇੱਕ ਵਿਰਾਮ ਤੋਂ ਬਾਅਦ ਦੂਸਰਾ ਬੋਲਦਾ ਹੈ ਅਤੇ ਪਹਿਲਾ ਵਿਅਕਤੀ ਸੁਣਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਹਾਫ ਡੁਪਲੈਕਸ ਵਿੱਚ ਦੋਵੇਂ ਦਿਸ਼ਾਵਾਂ ਵਿੱਚ ਵਾਕੀ ਟਾਕੀ ਰਾਹੀਂ ਵੀ ਜਿਹੜੀ ਗੱਲਬਾਤ ਉਹ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਹੁਣ ਅਸੀਂ ਫੁੱਲ ਡੁਪਲੈਕਸ ਮੋਡ ਬਾਰੇ ਜਾਣਾਂਗੇ। ਫੁੱਲ ਡੁਪਲੈਕਸ ਰਾਹੀਂ ਇੱਕੋ ਸਮੇਂ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਡਾਟੇ ਦਾ ਸੰਚਾਰ ਕਰ ਸਕਦੇ ਹਨ। ਫੁੱਲ ਡੁਪਲੈਕਸ ਵਿੱਚ ਡਾਟਾ ਸੰਚਾਰ ਦੀ ਸਮਰੱਥਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਦੋਨੋਂ ਡਾਟਾ ਸੰਚਾਰ ਕਰ ਸਕਣ। ਸੋ ਇਸ ਦੀ ਸਾਡੇ ਕੋਲ ਉਦਾਹਰਨ ਹੈ ਟੈਲੀਫੋਨ ਲਾਈਨ। ਸੋ ਇੱਕ ਮੋਬਾਈਲ ਤੇ ਜਾਂ ਇੱਕ ਟੈਲੀਫੋਨ ਤੇ ਦੋ ਲੋਕ ਇੱਕ ਦੂਜੇ ਨਾਲ ਸੰਚਾਰ ਜਾਂ ਗੱਲਬਾਤ ਕਰ ਰਹੇ ਹਨ। ਦੋਵੇਂ ਇੱਕੋ ਸਮੇਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਸੁਣ ਸਕਦੇ ਹਨ ਅਤੇ ਇਹ ਫੁੱਲ ਡੁਪਲੈਕਸ ਸੰਚਾਰ ਨੂੰ ਦਰਸਾਉਂਦਾ ਹੈ। ਸੋ ਅੱਗੇ ਸਾਡੇ ਕੋਲ ਹੈ ਨੈਟਵਰਕ ਸ਼ੇਅਰਿੰਗ। ਸੋ ਨੈਟਵਰਕ ਸ਼ੇਅਰਿੰਗ ਸਰੋਤਾਂ ਨੂੰ ਨੈਟਵਰਕ ਵਿੱਚ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ, ਜਿਵੇਂ ਫਾਈਲਾਂ, ਦਸਤਾਵੇਜ਼, ਫੋਲਡਰ, ਮੀਡੀਆ ਆਦਿ। ਸੋ ਇਹਨਾਂ ਨੂੰ ਨੈਟਵਰਕ ਉੱਤੇ ਹੋਰ ਉਪਭੋਗਤਾਵਾਂ ਜਾਂ ਕੰਪਿਊਟਰਾਂ ਲਈ ਐਕਸੈਸ ਕਰਨ ਯੋਗ ਬਣਾਇਆ ਜਾਂਦਾ ਹੈ। ਸੋ ਨੈਟਵਰਕ ਸ਼ੇਅਰਿੰਗ
ਰੀਅਲ ਟਾਈਮ ਵਿੱਚ ਜਾਂ ਵੱਖੋ ਵੱਖਰੇ ਸਮੇਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਉਪਕਰਨਾਂ ਨੂੰ ਵਰਤ ਕੇ ਸੂਚਨਾ ਤੱਕ ਪਹੁੰਚ ਕਰਨ ਦੇ ਸਮਰਥ ਬਣਾਉਂਦਾ ਹੈ। ਇਸ ਦੀ ਸਾਡੇ ਕੋਲ ਪਹਿਲਾ ਕਿਸਮ ਹੈ ਪ੍ਰਿੰਟਰ ਸ਼ੇਅਰਿੰਗ। ਸੋ ਪ੍ਰਿੰਟਰ ਸ਼ੇਅਰਿੰਗ ਇੱਕੋ ਨੈਟਵਰਕ ਨਾਲ ਜੁੜੇ ਇੱਕ ਤੋਂ ਵੱਧ ਕੰਪਿਊਟਰਾਂ ਅਤੇ ਯੰਤਰਾਂ ਨੂੰ ਇੱਕ ਜਾਂ ਵਧੇਰੇ ਪ੍ਰਿੰਟਰਾਂ ਤੱਕ ਪਹੁੰਚਣ ਦੀ ਆਗਿਆ ਦੇਣ ਦੀ ਪ੍ਰਕਿਰਿਆ ਹੈ। ਸੋ ਪ੍ਰਿੰਟਰ ਸ਼ੇਅਰਿੰਗ ਰਾਹੀਂ ਅਸੀਂ ਨੈਟਵਰਕ ਵਿੱਚ ਹਰੇਕ ਕੰਪਿਊਟਰ ਦੇ ਨਾਲ ਵੱਖੋ ਵੱਖਰੇ ਪ੍ਰਿੰਟਰ ਲਗਾਉਣ ਦੀ ਬਜਾਏ ਇੱਕ ਹੀ ਪ੍ਰਿੰਟਰ ਨੂੰ ਪੂਰੇ ਨੈਟਵਰਕ ਦੇ ਵਿੱਚ ਸ਼ੇਅਰ ਕਰਕੇ ਵੱਖ-ਵੱਖ ਪ੍ਰਿੰਟਰਾਂ ਦਾ ਜਿਹੜਾ ਖਰਚਾ ਹੈ ਉਹ ਬਚਾ ਸਕਦੇ ਹਾਂ। ਸੋ ਪ੍ਰਿੰਟਰ ਸ਼ੇਅਰਿੰਗ ਰਾਹੀਂ ਨੈਟਵਰਕ ਦਾ ਹਰੇਕ ਕੰਪਿਊਟਰ ਕਿਸੇ ਵੀ ਸਾਂਝਾ ਕੀਤੇ ਪ੍ਰਿੰਟਰ ਤੇ ਪ੍ਰਿੰਟ ਕਰ ਸਕਦਾ ਹੈ। ਸੋ ਇਸ ਦੇ ਪ੍ਰਿੰਟ ਕਰਨ ਦੇ ਜਿਹੜੇ ਸਟੈਪਸ ਹੈ, ਪਹਿਲਾ ਪੁਆਇੰਟ ਸਾਡੇ ਕੋਲ ਕੰਟਰੋਲ ਪੈਨਲ ਤੋਂ ਡਿਵਾਈਸਿਸ ਅਤੇ ਪ੍ਰਿੰਟਰ ਆਪਸ਼ਨ ਨੂੰ ਖੋਲੋ। ਸੋ ਜਿਵੇਂ ਤੁਸੀਂ ਸੱਜੇ ਪਾਸੇ ਵੀ ਚਿੱਤਰ ਵਿੱਚ ਦੇਖ ਪਾ ਰਹੇ ਹੋ, ਸੋ ਕੰਟਰੋਲ ਪੈਨਲ ਦੇ ਵਿੱਚ ਤੁਸੀਂ ਡਿਵਾਈਸਿਸ ਅਤੇ ਪ੍ਰਿੰਟਰ ਆਪਸ਼ਨ ਤੇ ਕਲਿੱਕ ਕਰੋ। ਉਸ ਤੋਂ ਬਾਅਦ ਦੂਸਰਾ ਆਪਸ਼ਨ ਹੈ, ਜਿਸ ਪ੍ਰਿੰਟਰ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਉਸ ਤੇ ਕਲਿੱਕ ਕਰੋ ਅਤੇ ਪ੍ਰਿੰਟਰ ਤੇ ਰਾਈਟ ਕਲਿੱਕ ਕਰਕੇ ਉਸ ਦੀ ਪ੍ਰੋਪਰਟੀ ਤੇ ਕਲਿੱਕ ਕਰੋ ਅਤੇ ਸ਼ੇਅਰਿੰਗ ਟੈਬ ਦੀ ਚੋਣ ਕਰੋ। ਉਸ ਤੋਂ ਬਾਅਦ ਤੀਸਰਾ ਪੁਆਇੰਟ ਹੈ, ਸ਼ੇਅਰਿੰਗ ਪ੍ਰਿੰਟਰ ਤੇ ਕਲਿੱਕ ਕਰੋ। ਸ਼ੇਅਰ ਦੇ ਨਾਮ ਦੇ ਤਹਿਤ ਪ੍ਰਿੰਟਰ ਦੀ ਪਛਾਣ ਕਰਨ ਲਈ ਸ਼ੇਅਰ ਕੀਤੇ ਨਾਮ ਦੀ ਚੋਣ ਕਰੋ ਅਤੇ ਓਕੇ ਬਟਨ ਤੇ ਕਲਿੱਕ ਕਰੋ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਇੱਕ ਪ੍ਰਿੰਟਰ ਨੂੰ ਆਪਣੇ ਨੈਟਵਰਕ ਦੇ ਵਿੱਚ ਜੁੜੇ ਹੋਏ ਬਾਕੀ ਸਾਰੇ ਕੰਪਿਊਟਰਾਂ ਨਾਲ ਆਪਣੇ ਪ੍ਰਿੰਟਰ ਨੂੰ ਸ਼ੇਅਰ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਪ੍ਰੋਟੋਕੋਲ। ਸੋ ਕੰਪਿਊਟਰ ਨੈਟਵਰਕ ਵਿੱਚ ਸੂਚਨਾਵਾਂ ਨੂੰ ਸਹੀ ਢੰਗ ਨਾਲ ਭੇਜਣ ਅਤੇ ਪ੍ਰਾਪਤ ਕਰਨ ਲਈ ਕੁਝ ਨਿਯਮ ਬਣਾਏ ਗਏ ਹਨ। ਇਹਨਾਂ ਨਿਯਮਾਂ ਨੂੰ ਹੀ ਪ੍ਰੋਟੋਕੋਲ ਕਿਹਾ ਜਾਂਦਾ ਹੈ। ਸੋ ਕਿਸੇ ਨੈਟਵਰਕ ਨਾਲ ਜੁੜੇ ਯੰਤਰ ਆਪਸ ਵਿੱਚ ਕਿਵੇਂ ਗੱਲਬਾਤ ਕਰਨਗੇ, ਉਹਨਾਂ ਵਿੱਚ ਡਾਟਾ ਕਿਸ ਫਾਰਮੈਟ ਵਿੱਚ ਟ੍ਰਾਂਸਫਰ ਹੋਵੇਗਾ ਅਤੇ ਡਾਟਾ ਪ੍ਰਾਪਤ ਹੋਣ ਤੋਂ ਬਾਅਦ ਕੀ ਹੋਵੇਗਾ, ਇਹ ਪ੍ਰੋਟੋਕੋਲ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ। ਸੋ ਬਿਨਾਂ ਪ੍ਰੋਟੋਕੋਲ ਦੇ ਕੋਈ ਵੀ ਕੰਪਿਊਟਰ ਨੈਟਵਰਕ ਕੰਮ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਇਸ ਤੋਂ ਬਿਨਾਂ ਇੰਟਰਨੈਟ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੋ ਤੁਸੀਂ ਆਪਣੇ ਵੈਬ ਬਰਾਊਜ਼ਰ ਦੇ ਐਡਰੈਸ ਬਾਰ ਵਿੱਚ ਕਿਸੇ ਵੀ ਵੈਬਸਾਈਟ ਦੇ URL ਤੋਂ ਪਹਿਲਾਂ HTTP ਜਾਂ HTTPS ਜ਼ਰੂਰ ਲਿਖਿਆ ਹੋਇਆ ਨਜ਼ਰ ਆਵੇਗਾ ਜਾਂ ਲਿਖਿਆ ਹੋਵੇਗਾ। ਅਸਲ ਵਿੱਚ ਇਹ ਵੀ ਇੱਕ ਤਰ੍ਹਾਂ ਨਾਲ ਨੈਟਵਰਕ ਪ੍ਰੋਟੋਕੋਲ ਹੈ ਜੋ ਸਰਵਰ ਤੋਂ ਕਿਸੇ ਵੈਬਸਾਈਟ ਨੂੰ ਤੁਹਾਡੇ ਕੰਪਿਊਟਰ ਤੱਕ ਪਹੁੰਚਾਉਣ ਵਿੱਚ ਜਾਂ ਖੋਲ੍ਹਣ ਵਿੱਚ ਮਦਦ ਕਰਦਾ ਹੈ। ਸੋ ਅੱਗੇ ਸਾਡੇ ਕੋਲ ਪ੍ਰੋਟੋਕੋਲ ਦੀ ਪਹਿਲੀ ਕਿਸਮ ਹੈ TCP ਔਰ IP। ਸੋ TCP IP ਦਾ ਪੂਰਾ ਨਾਮ ਹੈ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਜਾਂ ਇੰਟਰਨੈਟ ਪ੍ਰੋਟੋਕੋਲ ਅਤੇ ਇਹ ਇੰਟਰਨੈਟ ਉੱਤੇ ਸੰਚਾਰ ਲਈ ਵਰਤੇ ਜਾਂਦੇ ਲੇਅਰਡ ਪ੍ਰੋਟੋਕੋਲ ਦਾ ਇੱਕ ਸਮੂਹ ਹੈ। TCP IP ਦੇ ਸੰਚਾਰ ਮਾਡਲ ਦਾ ਕਲਾਇੰਟ ਸਰਵਰ ਮਾਡਲ ਹੁੰਦਾ ਹੈ, ਜਿਸ ਵਿੱਚ ਜੋ ਕੰਪਿਊਟਰ ਬੇਨਤੀ ਭੇਜਦਾ ਹੈ ਉਸ ਨੂੰ ਕਲਾਇੰਟ ਕਿਹਾ ਜਾਂਦਾ ਹੈ ਅਤੇ ਉਹ ਕੰਪਿਊਟਰ ਜਿਸ ਨੂੰ ਬੇਨਤੀ ਭੇਜੀ ਜਾਂਦੀ ਹੈ ਉਸ ਨੂੰ ਸਰਵਰ ਕਿਹਾ ਜਾਂਦਾ ਹੈ। ਅਗਲਾ ਸਾਡੇ ਕੋਲ ਹੈ FTP ਪ੍ਰੋਟੋਕੋਲ। ਸੋ FTP ਦਾ ਪੂਰਾ ਨਾਮ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਅਤੇ ਇਸ ਪ੍ਰੋਟੋਕੋਲ ਦੀ ਵਰਤੋਂ ਕਲਾਇੰਟ ਤੋਂ ਸਰਵਰ ਦੇ ਵਿਚਕਾਰ ਵੱਡੀਆਂ ਫਾਈਲਾਂ ਨੂੰ ਭੇਜਣ ਲਈ ਜਾਂ ਟ੍ਰਾਂਸਫਰ ਕਰਨ ਲਈ ਵਰਤਿਆ ਜਾਂਦਾ ਹੈ। ਸੋ ਕਿਸੇ ਹੋਰ ਤਰੀਕੇ ਦੇ ਮੁਕਾਬਲੇ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਦੀ ਵਰਤੋਂ ਨਾਲ ਤੇਜ਼ੀ ਨਾਲ ਜਿਹੜੀ ਫਾਈਲ ਹੈ ਉਹ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਅਗਲਾ ਸਾਡੇ ਕੋਲ ਪ੍ਰੋਟੋਕੋਲ ਹੈ PPP। ਸੋ PPP ਦਾ ਪੂਰਾ ਨਾਮ ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ ਹੈ ਅਤੇ ਇਹ ਪ੍ਰੋਟੋਕੋਲ ਸੀਰੀਅਲ ਕਨੈਕਸ਼ਨ ਜਿਵੇਂ ਕਿ ਟੈਲੀਫੋਨ ਲਾਈਨ ਤੇ TCP IP ਟ੍ਰੈਫਿਕ ਨੂੰ ਟ੍ਰਾਂਸਮਿਟ ਜਾਂ ਟ੍ਰਾਂਸਫਰ ਕਰਦਾ ਹੈ। ਸੋ PPP ਦੀ ਵਰਤੋਂ ਕਰਕੇ ਘਰੇਲੂ ਉਪਭੋਗਤਾ ਟੈਲੀਫੋਨ ਲਾਈਨਾਂ ਤੇ ਇੰਟਰਨੈਟ ਕਨੈਕਸ਼ਨ ਪ੍ਰਾਪਤ ਕਰ ਸਕਦੇ ਹਨ। ਅਗਲਾ ਸਾਡੇ ਕੋਲ ਹੈ SMTP। ਸੋ SMTP ਦਾ ਪੂਰਾ ਨਾਮ ਹੈ ਸਧਾਰਨ ਮੇਲ ਟ੍ਰਾਂਸਫਰ ਪ੍ਰੋਟੋਕੋਲ ਹੈ ਅਤੇ ਇਸ ਪ੍ਰੋਟੋਕੋਲ ਦੀ ਵਰਤੋਂ ਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ, ਕਿਉਂਕਿ ਇਹ ਸੰਦੇਸ਼ ਨੂੰ ਪ੍ਰਾਪਤ ਹੋਣ ਅਤੇ ਸੰਦੇਸ਼ ਨੂੰ ਲੜੀਵਾਰ ਕਰਨ ਤੱਕ ਸੀਮਿਤ ਹੁੰਦਾ ਹੈ ਅਤੇ ਇਸ ਦੇ ਲਈ ਇਹ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕੋਲ ਨਾਲ ਵਰਤਿਆ ਜਾਂਦਾ ਹੈ। ਇਹ ਯੂਜ਼ਰ ਨੂੰ ਉਸਦੇ ਮੈਸੇਜ ਨੂੰ ਸਰਵਰ ਮੇਲਬਾਕਸ ਵਿੱਚ ਸੁਰੱਖਿਅਤ ਕਰਕੇ ਰੱਖਦਾ ਹੈ ਅਤੇ ਸਰਵਰ ਤੋਂ ਸਮੇਂ-ਸਮੇਂ ਤੇ ਡਾਊਨਲੋਡ ਕਰਨ ਦੀ ਸਹੂਲਤ ਵੀ ਦਿੰਦਾ ਹੈ। ਅਗਲਾ ਸਾਡੇ ਕੋਲ ਹੈ POP ਜਾਂ IMAP। ਸੋ ਸਭ ਤੋਂ ਪਹਿਲਾਂ ਅਸੀਂ POP ਬਾਰੇ ਜਾਣਾਂਗੇ। POP ਦਾ ਪੂਰਾ ਨਾਮ ਹੈ ਪੋਸਟ ਆਫਿਸ ਪ੍ਰੋਟੋਕੋਲ ਹੈ ਅਤੇ ਇਹ ਇੱਕ ਸਟੈਂਡਰਡ ਮੇਲ ਪ੍ਰੋਟੋਕੋਲ ਹੈ ਜੋ ਰਿਮੋਟ ਸਰਵਰ ਤੋਂ ਲੋਕਲ ਈਮੇਲ ਕਲਾਇੰਟ ਨੂੰ ਈਮੇਲ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ। POP ਸਾਨੂੰ ਆਪਣੇ ਲੋਕਲ ਕੰਪਿਊਟਰ ਤੇ ਈਮੇਲ ਮੈਸੇਜ ਡਾਊਨਲੋਡ ਕਰਨ ਵਿੱਚ ਅਤੇ ਜਦੋਂ ਅਸੀਂ ਆਫਲਾਈਨ ਹੁੰਦੇ ਹਾਂ ਜਾਂ ਨੈਟ ਨਾਲ ਜੁੜੇ ਨਹੀਂ ਹੁੰਦੇ
ਤਾਂ ਉਹਨਾਂ ਨੂੰ ਪੜ੍ਹਨ ਦੀ ਆਗਿਆ ਵੀ ਦਿੰਦਾ ਹੈ। ਅਗਲਾ ਸਾਡੇ ਕੋਲ ਹੈ IMAP। ਸੋ IMAP ਦਾ ਪੂਰਾ ਨਾਮ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕੋਲ ਹੈ, ਜੋ ਕਿ ਇੱਕ ਸਥਾਨਕ ਕਲਾਇੰਟ ਤੋਂ ਰਿਮੋਟ ਵੈਬ ਸਰਵਰ ਤੇ ਈਮੇਲ ਐਕਸੈਸ ਕਰਨ ਲਈ ਵਰਤਿਆ ਜਾਣ ਵਾਲਾ ਮੇਲ ਪ੍ਰੋਟੋਕੋਲ ਹੈ। ਇਹ ਪ੍ਰੋਟੋਕੋਲ ਮਲਟੀਪਲ ਕਲਾਇੰਟਾਂ ਰਾਹੀਂ ਇੱਕੋ ਸਮੇਂ ਈਮੇਲ ਐਕਸੈਸ ਕਰਨ ਦੀ ਸਹੂਲਤ ਦਿੰਦਾ ਹੈ। ਅਗਲਾ ਸਾਡੇ ਕੋਲ ਪ੍ਰੋਟੋਕੋਲ ਹੈ HTTP। ਸੋ HTTP ਪ੍ਰੋਟੋਕੋਲ ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਹੈ, ਅਤੇ ਇਹ ਪ੍ਰੋਟੋਕੋਲ ਕਲਾਇੰਟ ਅਤੇ ਸਰਵਰ ਦੇ ਵਿਚਕਾਰ ਕਨੈਕਸ਼ਨ ਨੂੰ ਸਥਾਪਿਤ ਕਰਦਾ ਹੈ ਅਤੇ ਵਰਲਡ ਵਾਈਡ ਵੈਬ ਤੇ ਦਸਤਾਵੇਜ਼ ਦੀ ਅਦਲਾ ਬਦਲੀ ਕਰਨ ਦੇ ਕੰਮ ਵੀ ਆਉਂਦਾ ਹੈ। ਸੋ ਅਸੀਂ ਆਪਣੇ ਵੈਬ ਬਰਾਊਜ਼ਰ ਵਿੱਚ ਕਿਸੇ ਵੈਬਸਾਈਟ ਨੂੰ ਇਸ ਪ੍ਰੋਟੋਕੋਲ ਦੇ ਜ਼ਰੀਏ ਹੀ ਐਕਸੈਸ ਕਰ ਪਾਉਂਦੇ ਹਾਂ। ਅਗਲਾ ਸਾਡੇ ਕੋਲ ਹੈ ਨੈਟਵਰਕ ਕੰਪੋਨੈਂਟ ਐਡਰੈਸ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਮੈਕ ਐਡਰੈਸ। ਸੋ ਮੈਕ ਐਡਰੈਸ ਦਾ ਪੂਰਾ ਨਾਮ ਮੀਡੀਆ ਐਕਸੈਸ ਕੰਟਰੋਲ ਹੈ, ਅਤੇ ਇਹ ਕਿਸੇ ਖਾਸ ਵਰਗ ਜਾਂ ਕੰਪਨੀ ਦੇ ਕੰਪਿਊਟਰਾਂ ਨਾਲ ਸੰਬੰਧਿਤ ਨਹੀਂ ਹੁੰਦਾ। ਮੈਕ ਐਡਰੈਸ ਇੱਕ ਹਾਰਡਵੇਅਰ ਆਈਡੈਂਟੀਫਿਕੇਸ਼ਨ ਜਾਂ ਪਛਾਣ ਨੰਬਰ ਹੁੰਦਾ ਹੈ, ਜੋ ਇੱਕ ਨੈਟਵਰਕ ਦੇ ਹਰੇਕ ਯੰਤਰ ਦੀ ਵਿਲੱਖਣ ਪਛਾਣ ਕਰਦਾ ਹੈ। ਮੈਕ ਐਡਰੈਸ ਹਰੇਕ ਨੈਟਵਰਕ ਕਾਰਡ ਜਾਂ ਵਾਈਫਾਈ ਕਾਰਡ ਵਿੱਚ ਹਾਰਡਵੇਅਰ ਬਣਾਉਣ ਵਾਲੀ ਕੰਪਨੀ ਵੱਲੋਂ ਲੋਡ ਕੀਤਾ ਜਾਂਦਾ ਹੈ, ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਜਦ ਤੱਕ ਉਹ ਹਾਰਡਵੇਅਰ ਚੱਲ ਰਿਹਾ ਹੈ। ਸੋ ਮੈਕ ਐਡਰੈਸ ਹੈਕਸਾਡੈਸੀਮਲ ਨੰਬਰਾਂ ਦੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਕਾਲਮ ਰਾਹੀਂ ਵੱਖ ਕੀਤਾ ਜਾਂਦਾ ਹੈ, ਜਿਵੇਂ ਕਿ ਤੁਸੀਂ ਸੱਜੇ ਪਾਸੇ ਵਿੱਚ ਚਿੱਤਰ ਵਿੱਚ ਦੇਖ ਪਾ ਰਹੇ ਹੋ, ਜਿਸ ਵਿੱਚ ਪਹਿਲਾਂ 00:3F:4C:C6। ਸੋ ਇਹ ਤੁਹਾਡੇ ਮੈਕ ਐਡਰੈਸ ਨੂੰ ਦਰਸਾ ਰਿਹਾ ਹੈ। ਅੱਗੇ ਸਾਡੇ ਕੋਲ ਹੈ IP ਐਡਰੈਸ। ਸੋ IP ਦਾ ਪੂਰਾ ਨਾਮ ਇੰਟਰਨੈਟ ਪ੍ਰੋਟੋਕੋਲ ਹੁੰਦਾ ਹੈ, ਜੋ ਕਿ ਨੈਟਵਰਕ ਜਾਂ ਇੰਟਰਨੈਟ ਰਾਹੀਂ ਭੇਜੇ ਜਾਣ ਵਾਲੇ ਡਾਟਾ ਦਾ ਪ੍ਰਬੰਧ ਕਰਨ ਲਈ ਬਣੇ ਨਿਯਮਾਂ ਦਾ ਸਮੂਹ ਹੁੰਦਾ ਹੈ, ਅਤੇ ਐਡਰੈਸ ਕੰਪਿਊਟਰ ਜਾਂ ਇੰਟਰਨੈਟ ਉੱਤੇ ਕਿਸੇ ਵੀ ਕੰਪਿਊਟਰ ਉਪਕਰਨ ਦੀ ਪਛਾਣ ਕਰਵਾਉਣ ਦਾ ਜ਼ਰੀਆ ਹੈ। ਸੋ IP ਐਡਰੈਸ ਦੀ ਵਰਤੋਂ ਕਿਸੇ ਖਾਸ ਨੈਟਵਰਕ ਵਿੱਚ ਸੂਚਨਾ ਭੇਜਣ ਸਮੇਂ ਮੰਜ਼ਿਲ ਦੀ ਪਛਾਣ ਕਰਵਾਉਣ ਲਈ ਵਰਤਿਆ ਜਾਂਦਾ ਹੈ, ਅਤੇ IP ਐਡਰੈਸ ਕੰਪਿਊਟਰ, ਰਾਊਟਰ ਅਤੇ ਵੈਬਸਾਈਟਾਂ ਵਿੱਚ ਵਖਰੇਵਾ ਕਰਨ ਲਈ ਵੀ ਵਰਤਿਆ ਜਾਂਦਾ ਹੈ। ਸੋ IP ਐਡਰੈਸ ਨੰਬਰਾਂ ਦੇ ਮੇਲ ਤੋਂ ਬਣਦਾ ਹੈ, ਜੋ ਕਿ ਡਾਟ ਜਾਂ ਬਿੰਦੀ ਚਿੰਨ੍ਹ ਨਾਲ ਵੱਖਰੇ ਕੀਤੇ ਜਾਂਦੇ ਹਨ, ਅਤੇ IP ਐਡਰੈਸ ਨੂੰ 4 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ। ਇਸ ਵਿੱਚ ਹਰੇਕ ਜਿਹੜਾ ਨੰਬਰ ਹੈ, ਉਸਦਾ ਜਿਹੜਾ ਨੰਬਰ ਹੈ ਉਹ 0 ਤੋਂ ਲੈ ਕੇ 255 ਤੱਕ ਹੋ ਸਕਦਾ ਹੈ। ਅੱਗੇ ਸਾਡੇ ਕੋਲ ਹੈ ਕੰਪਿਊਟਰ ਨੈਟਵਰਕ ਪਾਠ ਦਾ ਅਭਿਆਸ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਇੱਕ ਕੰਪਿਊਟਰ ਡੈਸ਼ ਕੰਪਿਊਟਰ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ। ਸਾਡੇ ਕੋਲ ਇਸ ਦੇ ਆਪਸ਼ਨ ਹੈ ਨੈਟਵਰਕ ਸਿਸਟਮ ਪ੍ਰੋਟੋਕੋਲ ਜਾਂ ਇੰਟਰਨੈਟ। ਸਾਡੇ ਕੋਲ ਦਾ ਸਹੀ ਉੱਤਰ ਹੈ ਇੱਕ ਕੰਪਿਊਟਰ ਨੈਟਵਰਕ ਕੰਪਿਊਟਰਾਂ ਦਾ ਸਮੂਹ ਹੈ ਜੋ ਕਿ ਇਕੱਠੇ ਜੁੜੇ ਹੋਏ ਹਨ। ਅੱਗੇ ਦੂਸਰਾ ਸਾਡੇ ਕੋਲ ਖਾਲੀ ਥਾਂ ਹੈ ਜਾਂ ਬਹੁਪਸੰਦੀ ਪ੍ਰਸ਼ਨ ਹੈ। ਡੈਸ਼ ਅਸਲ ਵਿੱਚ ਮਲਟੀ ਪੋਰਟ ਰਿਪੀਟਰ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਹਬ, ਦੂਸਰਾ ਸਵਿਚ, ਤੀਸਰਾ ਰਾਊਟਰ ਅਤੇ ਚੌਥਾ ਬ੍ਰਿਜ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਰਾਊਟਰ ਅਸਲ ਵਿੱਚ ਮਲਟੀ ਪੋਰਟ ਰਿਪੀਟਰ ਹੈ। ਅੱਗੇ ਸਾਡੇ ਕੋਲ ਤੀਸਰਾ ਬਹੁਪਸੰਦੀ ਪ੍ਰਸ਼ਨ ਹੈ। ਡੈਸ਼ ਇੱਕ 2 ਪੋਰਟ ਉਪਕਰਨ ਹੈ। ਸਾਡੇ ਕੋਲ ਜੋ ਆਪਸ਼ਨ ਹੈ ਹਬ, ਸਵਿਚ, ਰਾਊਟਰ ਜਾਂ ਬ੍ਰਿਜ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਬ੍ਰਿਜ ਇੱਕ 2 ਪੋਰਟ ਉਪਕਰਨ ਹੈ। ਤੀਸਰਾ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ। ਵਾਈਫਾਈ ਦਾ ਅਰਥ ਹੈ ਡੈਸ਼। ਸਾਡੇ ਕੋਲ ਜੋ ਆਪਸ਼ਨ ਹੈ ਪਹਿਲਾ ਵਾਇਰਲੈਸ ਫੀਲਡ, ਦੂਸਰਾ ਹੈ ਵਾਇਰਲੈਸ ਫਾਈਡੈਲਿਟੀ, ਤੀਸਰਾ ਵਾਇਰ ਫਾਇਰ ਤੇ ਚੌਥਾ ਹੈ ਵਾਇਰ ਫਿਡੈਲਿਟੀ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਵਾਈਫਾਈ ਦਾ ਅਰਥ ਹੈ ਵਾਇਰਲੈਸ ਫਾਈਡੈਲਿਟੀ। ਪੰਜਵੀਂ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ। ਡੈਸ਼ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਵਿਚ, ਬ੍ਰਿਜ, ਹਬ ਜਾਂ ਬਰਾਊਟਰ। ਸਾਡੇ ਕੋਲ ਦਾ ਸਹੀ ਉੱਤਰ ਹੈ ਬਰਾਊਟਰ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ। ਅੱਗੇ ਸਾਡੇ ਕੋਲ ਪੂਰੇ ਰੂਪ ਲਿਖੋ। ਪਹਿਲਾਂ ਸਾਡੇ ਕੋਲ UTP। UTP ਦਾ ਪੂਰਾ ਨਾਮ ਹੁੰਦਾ ਅਨਸ਼ੀਲਡਡ ਟਵਿਸਟਡ ਪੇਅਰ। ਦੂਸਰਾ ਸਾਡੇ ਕੋਲ FTP। FTP ਦਾ ਪੂਰਾ ਨਾਮ ਹੁੰਦਾ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਤੀਸਰਾ ਸਾਡੇ ਕੋਲ SMTP। SMTP ਦਾ ਪੂਰਾ ਨਾਮ ਹੈ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ। ਚੌਥਾ ਸਾਡੇ ਕੋਲ POP। POP ਦਾ ਪੂਰਾ ਨਾਮ ਹੁੰਦਾ ਪੋਸਟ ਆਫਿਸ ਪ੍ਰੋਟੋਕੋਲ। ਪੰਜਵਾਂ ਹੈ HTTP, ਜਿਸ ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਉਸ ਤੋਂ ਬਾਅਦ ਛੇਵਾਂ ਸਾਡੇ ਕੋਲ ਹੈ ਮੈਕ। ਮੈਕ ਦਾ ਪੂਰਾ ਨਾਮ ਹੈ ਮੀਡੀਆ ਐਕਸੈਸ ਕੰਟਰੋਲ ਐਡਰੈਸ।
ਅੱਗੇ ਹੁਣ ਅਸੀਂ ਛੋਟੇ ਉੱਤਰ ਵਾਲੇ ਪ੍ਰਸ਼ਨ ਬਾਰੇ ਪੜਾਂਗੇ। ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ, ਨੈਟਵਰਕ ਕੀ ਹੁੰਦਾ ਹੈ? ਕੰਪਿਊਟਰ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਜੋ ਕਿ ਨੈਟਵਰਕ ਵਿੱਚ ਤਾਰਾਂ, ਟੈਲੀਫੋਨ ਲਾਈਨਾਂ, ਰੇਡੀਓ ਤਰੰਗਾਂ, ਸੈਟੇਲਾਈਟ ਜਾਂ ਇਨਫਰਾਰੈਡ ਦੀਆਂ ਤਰੰਗਾਂ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ ਤਾਂ ਜੋ ਫਾਈਲਾਂ ਦੀ ਅਦਲਾ ਬਦਲੀ, ਸਰੋਤਾਂ ਦੀ ਸਾਂਝ ਕੀਤੀ ਜਾ ਸਕੇ। ਨੈਟਵਰਕ ਰਾਹੀਂ ਕਈ ਯੂਜ਼ਰਾਂ ਵਿਚਕਾਰ ਸੌਫਟਵੇਅਰ ਅਤੇ ਹਾਰਡਵੇਅਰ ਸਰੋਤਾਂ ਦੀ ਸਾਂਝ ਕਰ ਸਕਦੇ ਹਾਂ। ਕੰਪਿਊਟਰ ਵਿੱਚ ਨੈਟਵਰਕ ਕਨੈਕਸ਼ਨ ਕੇਬਲ ਤਾਰਾਂ ਦੁਆਰਾ ਬਣੇ ਹੁੰਦੇ ਹਨ, ਪਰ ਰੇਡੀਓ ਸਿਗਨਲ ਰਾਹੀਂ ਟੈਲੀਫੋਨ ਤਾਰਾਂ ਜਾਂ ਹੋਰ ਲੰਮੀ ਦੂਰੀ ਵਾਲੇ ਸੈਟੇਲਾਈਟ ਲਿੰਕ ਰਾਹੀਂ ਵੀ ਨੈਟਵਰਕ ਕਨੈਕਸ਼ਨ ਬਣਾਏ ਜਾ ਸਕਦੇ ਹਨ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਵੱਖ-ਵੱਖ ਕਿਸਮਾਂ ਦੀਆਂ OSI ਲੇਅਰਾਂ ਬਾਰੇ ਲਿਖੋ। ਸਾਡੇ ਕੋਲ OSI ਲੇਅਰ ਵਿੱਚ ਕੁੱਲ 7 ਲੇਅਰਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲੀ ਹੈ ਫਿਜ਼ੀਕਲ ਲੇਅਰ, ਦੂਸਰੀ ਡਾਟਾ ਲਿੰਕ ਲੇਅਰ, ਤੀਸਰੀ ਨੈਟਵਰਕ ਲੇਅਰ, ਚੌਥੀ ਟਰਾਂਸਪੋਰਟ ਲੇਅਰ, ਪੰਜਵੀਂ ਸੈਸ਼ਨ ਲੇਅਰ, ਛੇਵੀਂ ਪ੍ਰੈਜੈਂਟੇਸ਼ਨ ਲੇਅਰ, ਸੱਤਵੀਂ ਐਪਲੀਕੇਸ਼ਨ ਲੇਅਰ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਬ੍ਰਿਜ ਕੀ ਹੈ? ਸੋ ਬ੍ਰਿਜ ਇੱਕ ਅਜਿਹਾ ਉਪਕਰਨ ਹੈ ਜੋ ਦੋ ਵੱਖਰੇ ਨੈਟਵਰਕਾਂ ਨੂੰ ਆਪਸ ਵਿੱਚ ਅਤੇ ਕਿਸੇ ਹੋਰ ਨੈਟਵਰਕ ਸੈਗਮੈਂਟ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ। ਬ੍ਰਿਜ ਡਾਟਾ ਪੈਕਟ ਨੂੰ ਅੱਗੇ ਭੇਜਣ ਲਈ ਇੱਕ ਮੈਕ ਐਡਰੈਸ ਸੂਚਨਾ ਦੀ ਵਰਤੋਂ ਕਰਦਾ ਹੈ। ਇਹ ਇੱਕ ਨੈਟਵਰਕ ਤੋਂ ਦੂਜੇ ਨੈਟਵਰਕ ਤੇ ਉਹੀ ਪੈਕਟ ਭੇਜਦਾ ਹੈ ਜੋ ਉਸ ਨਾਲ ਸੰਬੰਧਿਤ ਹੁੰਦੇ ਹਨ। ਸੋ ਬ੍ਰਿਜ ਦੀ ਇੱਕ ਇਨਪੁਟ ਅਤੇ ਆਊਟਪੁੱਟ ਦੋ ਪੋਰਟਾਂ ਹੁੰਦੀਆਂ ਹਨ। ਸੋ ਬ੍ਰਿਜ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਹਨ। ਪਹਿਲਾਂ ਪਾਰਦਰਸ਼ੀ ਬੇਸਿਕ ਬ੍ਰਿਜ, ਦੂਸਰਾ ਹੈ ਸੋਰਸ ਰੂਟਿੰਗ ਬ੍ਰਿਜ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਸਾਨੂੰ ਨੈਟਵਰਕ ਦੀ ਜ਼ਰੂਰਤ ਕਿਉਂ ਪੈਂਦੀ ਹੈ? ਜਿਸ ਦਾ ਸਾਡੇ ਕੋਲ ਪਹਿਲਾ ਕਾਰਨ ਹੈ, ਕੰਪਿਊਟਰ ਫਾਈਲਾਂ ਨੂੰ ਸਾਂਝਾ ਕਰਨ ਲਈ, ਕੰਪਿਊਟਰ ਦੇ ਵੱਖ-ਵੱਖ ਹਾਰਡਵੇਅਰ ਭਾਗਾਂ ਦੀ ਸਾਂਝ ਕਰਨ ਲਈ, ਤੀਸਰਾ ਹੈ ਕੰਪਿਊਟਰ ਨੂੰ ਇੱਕ ਦੂਜੇ ਨਾਲ ਸੰਚਾਰ ਕਰਨ ਯੋਗ ਬਣਾਉਣ ਲਈ, ਚੌਥਾ ਹੈ ਸੰਚਾਰ ਦੀ ਗਤੀ ਅਤੇ ਸ਼ੁੱਧਤਾ ਨੂੰ ਵਧਾਉਣ ਲਈ, ਪੰਜਵਾਂ ਹੈ ਡਾਟਾ ਟ੍ਰਾਂਸਫਰ ਦੀ ਕੀਮਤ ਘਟਾਉਣ ਲਈ, ਛੇਵਾਂ ਹੈ ਗਰੁੱਪ ਵਿੱਚ ਕੰਮ ਕਰਨ ਲਈ, ਤੇ ਸੱਤਵਾਂ ਹੈ ਨੈਟਵਰਕ ਰਾਹੀਂ ਕੰਮ ਦੀ ਉਤਪਾਦਕਤਾ ਵਿੱਚ ਵਾਧਾ ਕਰਨ ਲਈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਗਾਈਡਡ ਮੀਡੀਆ ਕੀ ਹੈ? ਸੋ ਕੰਪਿਊਟਰ ਨੈਟਵਰਕਿੰਗ ਵਿੱਚ ਕੰਪਿਊਟਰ ਅਤੇ ਸੰਚਾਰ ਯੰਤਰ ਡਾਟੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣ ਲਈ ਸਿਗਨਲ ਦੀ ਵਰਤੋਂ ਕਰਦੇ ਹਨ ਅਤੇ ਇਹ ਸਿਗਨਲ ਇਲੈਕਟ੍ਰੋਮੈਗਨੈਟਿਕ ਊਰਜਾ ਦੇ ਰੂਪ ਵਿੱਚ ਵੱਖ-ਵੱਖ ਯੰਤਰਾਂ ਵਿਚਕਾਰ ਸੰਚਾਰ ਕਰਦੇ ਹਨ। ਇੱਕ ਸੰਚਾਰ ਮਾਧਿਅਮ ਕੋਈ ਵੀ ਸਮੱਗਰੀ ਪਦਾਰਥ ਹੁੰਦਾ ਹੈ ਜਿਹੜਾ ਲਹਿਰਾਂ ਜਾਂ ਊਰਜਾ ਨੂੰ ਫੈਲਾਉਂਦਾ ਹੈ। ਇਸ ਵਿੱਚ ਡਾਟਾ ਤਾਂਬੇ ਦੀਆਂ ਤਾਰਾਂ, ਫਾਈਬਰ ਆਪਟੀਕਲ ਤਾਰ, ਕੋਐਕਸੀਅਲ ਕੇਬਲ ਰਾਹੀਂ ਸੰਚਾਰ ਕਰਦਾ ਹੈ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ, ਅਨਗਾਈਡਡ ਮੀਡੀਆ ਕੀ ਹੈ? ਸੋ ਅਨਗਾਈਡਡ ਮੀਡੀਆ ਮਾਧਿਅਮ ਵਿੱਚ ਸਿਗਨਲ ਸਮੂਹ ਦਿਸ਼ਾਵਾਂ ਵਿੱਚ ਸੁਤੰਤਰਤਾ ਨਾਲ ਭੇਜੇ ਜਾਂਦੇ ਹਨ। ਇਹਨਾਂ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਨਗਾਈਡਡ ਮੀਡੀਆ ਬਿਨਾਂ ਕਿਸੇ ਫਿਜ਼ੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਸੰਚਾਰ ਕਰਦਾ ਹੈ। ਸੋ ਅਨਗਾਈਡਡ ਮੀਡੀਆ ਸੰਚਾਰ ਮਾਧਿਅਮ ਇੱਕ ਡਾਟਾ ਸਿਗਨਲ ਹੈ ਜੋ ਹਵਾ ਰਾਹੀਂ ਵਹਿੰਦਾ ਹੈ। ਇਹ ਮੀਡੀਆ ਕਿਸੇ ਚੈਨਲ ਵੱਲੋਂ ਅਪਣਾਏ ਜਾਣ ਜਾਂ ਮਾਰਗਦਰਸ਼ਨ ਲਈ ਸ਼੍ਰੇਣੀਬੱਧ ਨਹੀਂ ਹੁੰਦੇ। ਇਹ ਤਰੰਗ ਪ੍ਰਸਾਰ ਦੀ ਕਿਸਮ ਦੁਆਰਾ ਸ਼੍ਰੇਣੀਬੱਧ ਕੀਤੇ ਜਾਂਦੇ ਹਨ। ਅੱਗੇ ਸਾਡੇ ਕੋਲ ਸੱਤਵਾਂ ਪ੍ਰਸ਼ਨ ਹੈ, ਪ੍ਰੋਟੋਕੋਲ ਨੂੰ ਪਰਿਭਾਸ਼ਿਤ ਕਰੋ। ਸੋ ਕੰਪਿਊਟਰ ਨੈਟਵਰਕ ਵਿੱਚ ਸੂਚਨਾ ਨੂੰ ਸਹੀ ਢੰਗ ਨਾਲ ਭੇਜਣ ਅਤੇ ਪ੍ਰਾਪਤ ਕਰਨ ਲਈ ਕੁਝ ਨਿਯਮ ਬਣਾਏ ਗਏ ਹਨ। ਇਹਨਾਂ ਨਿਯਮਾਂ ਨੂੰ ਹੀ ਪ੍ਰੋਟੋਕੋਲ ਕਿਹਾ ਜਾਂਦਾ ਹੈ। ਤਾਂ ਕਿਸੇ ਨੈਟਵਰਕ ਨਾਲ ਜੁੜੇ ਯੰਤਰ ਆਪਸ ਵਿੱਚ ਕਿਵੇਂ ਗੱਲਬਾਤ ਕਰਨਗੇ, ਉਹਨਾਂ ਵੀ ਡਾਟਾ ਕਿਸ ਫਾਰਮੈਟ ਵਿੱਚ ਟ੍ਰਾਂਸਫਰ ਹੋਵੇਗਾ ਅਤੇ ਡਾਟਾ ਪ੍ਰਾਪਤ ਹੋਣ ਤੋਂ ਬਾਅਦ ਕੀ ਹੋਵੇਗਾ, ਇਹ ਪ੍ਰੋਟੋਕੋਲ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ। ਬਿਨਾਂ ਪ੍ਰੋਟੋਕੋਲ ਦੇ ਕੋਈ ਵੀ ਕੰਪਿਊਟਰ ਨੈਟਵਰਕ ਕੰਮ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਇਸ ਤੋਂ ਬਿਨਾਂ ਇੰਟਰਨੈਟ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ। ਪਹਿਲਾ ਪ੍ਰਸ਼ਨ ਹੈ, ਨੈਟਵਰਕ ਯੰਤਰ ਕੀ ਹਨ? ਕਿਸੇ ਵੀ 3 ਨੈਟਵਰਕ ਯੰਤਰਾਂ ਦਾ ਵਰਣਨ ਕਰੋ। ਇਸ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਨੈਟਵਰਕ ਯੰਤਰ ਬਾਰੇ ਅਸੀਂ ਜਾਣ ਲੈਂਦੇ ਹਾਂ। ਨੈਟਵਰਕ ਯੰਤਰ ਉਹ ਹਾਰਡਵੇਅਰ ਹੁੰਦਾ ਹੈ ਜੋ ਕਿ ਇੱਕ ਨੈਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਨੈਟਵਰਕ ਇੱਕ ਘਰ ਜਾਂ ਦਫ਼ਤਰ ਵਿੱਚ ਵਰਤਿਆ ਜਾਣ ਵਾਲਾ ਛੋਟਾ ਨੈਟਵਰਕ ਜਾਂ ਵੱਡੀਆਂ ਬਿਲਡਿੰਗਾਂ ਵਿੱਚ ਵਰਤਿਆ ਜਾਣ ਵਾਲਾ ਵੱਡਾ ਨੈਟਵਰਕ ਵੀ ਹੋ ਸਕਦਾ ਹੈ। ਸੋ ਵੱਖ-ਵੱਖ ਕਿਸਮਾਂ ਦੇ ਸਾਡੇ ਕੋਲ ਨੈਟਵਰਕ ਡਿਵਾਈਸ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਹੱਬ ਇੱਕ ਨੈਟਵਰਕਿੰਗ ਯੰਤਰ ਹੈ ਜੋ ਹਰੇਕ ਕੰਪਿਊਟਰ ਜਾਂ ਇਸ ਨਾਲ ਜੁੜੇ ਈਥਰਨੈਟ ਆਧਾਰਿਤ ਉਪਕਰਨ ਲਈ ਡਾਟਾ ਪ੍ਰਸਾਰਿਤ ਕਰਦਾ ਹੈ। ਕਿਸੇ ਇੱਕ ਨੈਟਵਰਕ ਵਿੱਚ ਜਦੋਂ ਇੱਕ ਕੰਪਿਊਟਰ ਸੂਚਨਾ ਲਈ ਕਿਸੇ ਵਿਸ਼ੇਸ਼ ਕੰਪਿਊਟਰ ਨੂੰ ਬੇਨਤੀ ਕਰਦਾ ਹੈ ਤਾਂ ਹੱਬ ਉਸ ਬੇਨਤੀ ਨੂੰ ਪ੍ਰਾਪਤ ਕਰਕੇ ਅੱਗੇ ਮੇਨ ਕੰਪਿਊਟਰ ਤੱਕ ਭੇਜ ਦਿੰਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਸਮੂਹ ਪੋਰਟਾਂ 'ਤੇ ਉਪਲਬਧ ਕਰਵਾਉਂਦਾ ਹੈ ਅਤੇ ਇਸ ਨਾਲ ਜੁੜੇ ਸਮੂਹ ਯੰਤਰਾਂ ਦੇ ਦਰਮਿਆਨ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਦੂਸਰਾ ਸਾਡੇ ਕੋਲ ਹੈ ਸਵਿੱਚ ਉਹ ਉਪਕਰਨ ਹੁੰਦਾ ਹੈ ਜੋ ਕਿ ਕੋਈ ਨੈਟਵਰਕ ਯੰਤਰ ਜਿਵੇਂ ਕੰਪਿਊਟਰ, ਰਾਊਟਰ, ਸਰਵਰ ਜਾਂ ਹੋਰ ਸਵਿੱਚਾਂ ਵਿਚਕਾਰ ਡਾਟਾ ਪੈਕਟ ਤਬਦੀਲ ਕਰਦਾ ਹੈ। ਸਵਿੱਚ ਵਿੱਚ ਇੱਕ ਬਫਰ ਹੁੰਦਾ ਹੈ ਜੋ ਕਿ ਸਵਿੱਚ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਵਧਾ ਦਿੰਦਾ ਹੈ।
ਸਵਿੱਚ ਡਾਟਾ ਨੂੰ ਅੱਗੇ ਭੇਜਣ ਤੋਂ ਪਹਿਲਾਂ ਕਿਸੇ ਕਿਸਮ ਦੀ ਗਲਤੀ ਦੀ ਜਾਂਚ ਵੀ ਕਰ ਸਕਦਾ ਹੈ ਅਤੇ ਇਸ ਦੀ ਇਹ ਖੂਬੀ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਉਂਦੀ ਹੈ ਕਿਉਂਕਿ ਇਹ ਉਹਨਾਂ ਪੈਕਟਾਂ ਨੂੰ ਅੱਗੇ ਨਹੀਂ ਭੇਜਦਾ ਜਿਸ ਵਿੱਚ ਗਲਤੀਆਂ ਹੁੰਦੀਆਂ ਹਨ, ਬਲਕਿ ਸਹੀ ਪੈਕਟਾਂ ਨੂੰ ਹੀ ਸਹੀ ਪੋਰਟ 'ਤੇ ਭੇਜਿਆ ਜਾਂਦਾ ਹੈ। ਤੀਸਰਾ ਸਾਡੇ ਕੋਲ ਨੈਟਵਰਕ ਯੰਤਰ ਹੈ ਰਿਪੀਟਰ। ਸੋ ਰਿਪੀਟਰ ਇੱਕ ਹਾਰਡਵੇਅਰ ਯੰਤਰ ਹੈ ਜੋ ਕਿ ਇੱਕ ਨੈਟਵਰਕ ਵਿੱਚ ਨੈਟਵਰਕ ਦੇ ਗੇਟਵੇ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਹ ਇੱਕ ਨੈਟਵਰਕ ਵਿੱਚ ਡਾਟਾ ਦਾ ਬਹਾਵ ਅਤੇ ਨੈਟਵਰਕ ਨੂੰ ਇੰਟਰਨੈਟ ਨਾਲ ਜੋੜੇ ਰੱਖਣ ਲਈ ਜ਼ਿੰਮੇਵਾਰ ਹੁੰਦਾ ਹੈ। ਰਾਊਟਰ ਇੱਕ ਸਵਿੱਚ ਵਾਂਗ ਹੀ ਯੰਤਰ ਹੈ ਜੋ ਕਿ ਉਹਨਾਂ ਦੇ ਇੰਟਰਨੈਟ ਪ੍ਰੋਟੋਕੋਲ ਐਡਰੈਸ ਜਾਂ IP ਐਡਰੈਸ ਦੇ ਆਧਾਰ 'ਤੇ ਡਾਟਾ ਪੈਕਟ ਨੂੰ ਨੈਟਵਰਕ 'ਤੇ ਭੇਜਦਾ ਹੈ। ਰਾਊਟਰ ਮੁੱਖ ਤੌਰ 'ਤੇ ਇੱਕ ਨੈਟਵਰਕ ਲਈ ਯੰਤਰ ਹੈ। ਅੱਗੇ ਸਾਡੇ ਕੋਲ ਦੂਸਰਾ ਆਪਰੇਸ਼ਨ ਹੈ ਅਨਗਾਈਡਡ ਮੀਡੀਆ। ਕੀ ਹੁੰਦਾ ਹੈ? ਕਿਸੇ ਦੋ ਮੀਡੀਆ ਬਾਰੇ ਲਿਖੋ। ਸੋ ਅਨਗਾਈਡਡ ਮੀਡੀਆ ਮਾਧਿਅਮ ਵਿੱਚ ਸਿਗਨਲ ਸਮੂਹ ਦਿਸ਼ਾਵਾਂ ਵਿੱਚ ਸੁਤੰਤਰਤਾ ਨਾਲ ਭੇਜੇ ਜਾਂਦੇ ਹਨ। ਇਹਨਾਂ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਨਗਾਈਡਡ ਮੀਡੀਆ ਬਿਨਾਂ ਕਿਸੇ ਫਿਜ਼ੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਟ੍ਰਾਂਸਫਰ ਕਰਦਾ ਹੈ। ਸੋ ਅਨਗਾਈਡਡ ਮੀਡੀਆ ਸੰਚਾਰ ਮਾਧਿਅਮ ਇੱਕ ਡਾਟਾ ਸਿਗਨਲ ਹੈ ਜੋ ਹਵਾ ਰਾਹੀਂ ਵਹਿੰਦਾ ਹੈ। ਇਹ ਮੀਡੀਆ ਕਿਸੇ ਚੈਨਲ ਵੱਲੋਂ ਅਪਣਾਏ ਜਾਣ ਜਾਂ ਮਾਰਗਦਰਸ਼ਨ ਲਈ ਸ਼੍ਰੇਣੀਬੱਧ ਨਹੀਂ ਹੁੰਦੇ। ਇਹ ਤਰੰਗ ਪ੍ਰਸਾਰ ਦੀ ਕਿਸਮ ਦੁਆਰਾ ਸ਼੍ਰੇਣੀਬੱਧ ਕੀਤੇ ਜਾਂਦੇ ਹਨ। ਸੋ ਅਨਗਾਈਡਡ ਮੀਡੀਆ ਦੇ ਸਾਡੇ ਕੋਲ ਵੱਖ-ਵੱਖ ਕਿਸਮਾਂ ਨੇ, ਜਿਸ ਵਿੱਚ ਪਹਿਲੀ ਸਾਡੇ ਕੋਲ ਕਿਸਮ ਹੈ ਇਨਫਰਾਰੈਡ। ਸੋ ਇਨਫਰਾਰੈਡ ਵਾਇਰਲੈਸ ਮੋਬਾਈਲ ਟੈਕਨੋਲੋਜੀ ਦੀ ਕਿਸਮ ਹੈ ਜਿਸ ਦੀ ਵਰਤੋਂ ਛੋਟੇ ਖੇਤਰ ਵਿੱਚ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਨਫਰਾਰੈਡ ਸੰਚਾਰ ਦੀ ਵੱਡੀ ਖਾਮੀ ਇਹ ਹੈ ਕਿ ਇਹ ਲਾਈਨ ਆਫ ਸਾਈਟ ਸਿਧਾਂਤ ਅਨੁਸਾਰ ਕੰਮ ਕਰਦੀ ਹੈ ਅਤੇ ਇਸ ਦੀ ਟਰਾਂਸਮਿਸ਼ਨ ਦੀ ਰੇਂਜ ਵੀ ਸੀਮਿਤ ਹੁੰਦੀ ਹੈ, ਜਿਸ ਕਾਰਨ ਇਸਦੇ ਸਿਗਨਲ ਰਸਤੇ ਵਿੱਚ ਆ ਰਹੀ ਕਿਸੇ ਵੀ ਦੀਵਾਰ ਨੂੰ ਪਾਰ ਨਹੀਂ ਕਰ ਸਕਦੇ। ਇਨਫਰਾਰੈਡ ਦੀ ਵਰਤੋਂ ਲੰਬੀ ਦੂਰੀ ਦੇ ਸੰਚਾਰ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਦੀ ਵਰਤੋਂ ਬੰਦ ਜਗ੍ਹਾ ਵਿੱਚ ਸੀਮਿਤ ਹੁੰਦੀ ਹੈ। ਇਨਫਰਾਰੈਡ ਦੀ ਵਰਤੋਂ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਅੱਗੇ ਦੀ ਦੂਸਰੀ ਕਿਸਮ ਹੈ ਬਲੂਟੁੱਥ। ਬਲੂਟੁੱਥ ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ ਜੋ ਫੋਨ, ਕੰਪਿਊਟਰ ਅਤੇ ਹੋਰ ਨੈਟਵਰਕ ਯੰਤਰਾਂ ਵਿਚਕਾਰ ਇੱਕ ਘੱਟ ਪਾਵਰ ਅਤੇ ਥੋੜ੍ਹੀ ਦੂਰੀ ਦੀ ਵਾਇਰਲੈਸ ਨੈਟਵਰਕਿੰਗ ਨੂੰ ਸਮਰੱਥ ਬਣਾਉਂਦੀ ਹੈ। ਦੋ ਬਲੂਟੁੱਥ ਯੰਤਰਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਹੁੰਦੀ ਹੈ ਉਸ ਨੂੰ ਪੇਅਰਿੰਗ ਕਿਹਾ ਜਾਂਦਾ ਹੈ। ਪਰਸਨਲ ਕੰਪਿਊਟਰ ਅਤੇ ਹੋਰ ਉਪਕਰਨਾਂ ਨੂੰ ਬਲੂਟੁੱਥ ਡੋਂਗਲ ਦੀ ਵਰਤੋਂ ਕਰਕੇ ਆਪਸ ਵਿੱਚ ਜੋੜਿਆ ਜਾ ਸਕਦਾ ਹੈ। ਬਲੂਟੁੱਥ ਨੈਟਵਰਕ ਵਿੱਚ ਡਾਇਨਾਮਿਕ ਟਪੋਲੋਜੀ ਵਰਤੀ ਜਾਂਦੀ ਹੈ ਜਿਸ ਨੂੰ ਪੀਕੋਨੈਟ ਕਿਹਾ ਜਾਂਦਾ ਹੈ। ਬਲੂਟੁੱਥ ਰਾਹੀਂ ਭੇਜੇ ਗਏ ਸਿਗਨਲ 30 ਫੁੱਟ ਤੱਕ ਹੀ ਪ੍ਰਸਾਰਿਤ ਹੋ ਸਕਦੇ ਹਨ। ਅੱਗੇ ਸਾਡੇ ਕੋਲ ਹੈ ਵਾਈਫਾਈ। ਸੋ ਵਾਈਫਾਈ ਦਾ ਪੂਰਾ ਨਾਮ ਵਾਇਰਲੈਸ ਫਾਈਡੈਲਿਟੀ ਹੈ ਅਤੇ ਇਸ ਨੂੰ ਵਾਇਰਲੈਸ ਲੋਕਲ ਏਰੀਆ ਨੈਟਵਰਕ ਵੀ ਕਿਹਾ ਜਾਂਦਾ ਹੈ। ਵਾਈਫਾਈ ਲੋਕਲ ਏਰੀਆ ਨੈਟਵਰਕ ਨੂੰ ਕੇਬਲ ਅਤੇ ਵਾਇਰਿੰਗ ਤੋਂ ਬਿਨਾਂ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ। ਵਾਈਫਾਈ ਦੀ ਵਰਤੋਂ ਨਾਲ ਅਸੀਂ ਇੱਕੋ ਨੈਟਵਰਕ ਨਾਲ ਜੁੜੇ ਹੋਏ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਜਾਣਕਾਰੀ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਵਾਈਫਾਈ ਨੂੰ ਮੋਬਾਈਲ ਕੰਪਿਊਟਿੰਗ ਯੰਤਰਾਂ ਰਾਹੀਂ ਤਿਆਰ ਕੀਤਾ ਗਿਆ ਹੈ, ਪਰ ਹੁਣ ਇਲੈਕਟ੍ਰੋਨਿਕ ਡਿਵਾਈਸ ਜਿਵੇਂ ਟੈਲੀਫੋਨ, DVD ਪਲੇਅਰ ਅਤੇ ਇੱਥੋਂ ਤੱਕ ਕਿ ਡਿਜੀਟਲ ਕੈਮਰੇ ਵਿੱਚ ਵੀ ਇਸ ਦੀ ਜਿਹੜੀ ਵਰਤੋਂ ਹੈ ਉਹ ਹੋ ਰਹੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਟਵਿਸਟਡ ਮੀਡੀਆ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ। ਟਵਿਸਟਡ ਪੇਅਰ ਵਾਲੀ ਕੇਬਲਿੰਗ ਵਿੱਚ ਦੋ ਵੱਖੋ ਵੱਖਰੇ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ ਅਤੇ ਇਹ ਦੋਵੇਂ ਤਾਰਾਂ ਇੱਕ ਦੂਜੇ ਨਾਲ ਲਿਪਟੀਆਂ ਨਜ਼ਰ ਆਉਂਦੀਆਂ ਹਨ। ਹਰੇਕ ਜੋੜੇ ਵਿੱਚ ਇੱਕ ਤਾਰ ਡਾਟਾ ਟ੍ਰਾਂਸਫਰ ਕਰਨ ਲਈ ਅਤੇ ਦੂਜੀ ਤਾਰ ਨੂੰ ਅਰਥਿੰਗ ਕਰਨ ਲਈ ਵਰਤਿਆ ਜਾਂਦਾ ਹੈ। ਇਹਨਾਂ ਦੋ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਨੂੰ ਇੱਕ ਦੂਜੇ ਦੇ ਆਲੇ ਦੁਆਲੇ ਇਸ ਕਰਕੇ ਵਲੇਟਿਆ ਜਾਂਦਾ ਹੈ ਤਾਂ ਜੋ ਇਹਨਾਂ ਤਾਰਾਂ ਦੇ ਵਿਚਕਾਰ ਕ੍ਰੋਸਟਾਕ ਜਾਂ ਨੋਇਸ ਨੂੰ ਘੱਟ ਕੀਤਾ ਜਾ ਸਕੇ। ਇਹ ਤਾਰ ਲਚਕੀਲੀ ਹੁੰਦੀ ਹੈ ਅਤੇ ਇੱਛੁਕ ਡਿਵਾਈਸ ਪ੍ਰਤੀ ਆਸਾਨੀ ਨਾਲ ਜੁੜ ਸਕਦੀ ਹੈ। ਇਸ ਕੇਬਲ ਰਾਹੀਂ 1 ਤੋਂ ਮੈਗਾਬਿਟ ਪਰ ਸੈਕਿੰਡ ਦੀ ਸਪੀਡ ਦੇ ਨਾਲ 1 ਕਿਲੋਮੀਟਰ ਜਾਂ ਵੱਧ ਦੂਰੀ ਤੱਕ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਕੇਬਲ ਦੀ ਦੂਰੀ ਜਿੰਨੀ ਘੱਟ ਹੋਵੇਗੀ ਡਾਟਾ ਟ੍ਰਾਂਸਫਰ ਦੀ ਸਪੀਡ ਵੀ ਉਨੀ ਹੀ ਵੱਧ ਹੋਵੇਗੀ। ਸੋ ਅੱਗੇ ਹੁਣ ਅਸੀਂ ਇਸ ਦੇ ਫਾਇਦੇ ਬਾਰੇ ਜਾਣ ਲੈਂਦੇ ਹਾਂ। ਟਵਿਸਟਡ ਪੇਅਰ ਕੇਬਲਿੰਗ ਦੇ ਜਿਹੜੇ ਲਾਭ ਹੈ, ਇਹ ਕੇਬਲ ਐਨਾਲੋਗ ਅਤੇ ਡਿਜੀਟਲ ਪ੍ਰਸਾਰਣ ਦੋਵਾਂ ਲਈ ਵਰਤੀਆਂ ਜਾ ਸਕਦੀਆਂ ਹਨ। ਇਹ ਦੂਰੀ ਘੱਟ ਦੂਰੀ ਲਈ ਸਸਤੀਆਂ ਹੁੰਦੀਆਂ ਹਨ। ਜੇਕਰ ਨੈਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਨੈਟਵਰਕ ਡਾਊਨ ਨਹੀਂ ਹੁੰਦਾ। ਅੱਗੇ ਟਵਿਸਟਡ ਪੇਅਰ ਕੇਬਲ ਦੇ ਨੁਕਸਾਨ। ਇਸ ਦਾ ਪਹਿਲਾ ਨੁਕਸਾਨ ਹੈ ਰਿਪੀਟਰਾਂ ਦੀ ਵਰਤੋਂ ਕੀਤੇ ਬਿਨਾਂ ਸਿਗਨਲ ਨੂੰ ਵੱਧ ਦੂਰੀ ਤੱਕ ਨਹੀਂ ਭੇਜਿਆ ਜਾ ਸਕਦਾ। 100 ਮੀਟਰ ਤੋਂ ਵੱਧ ਦੂਰੀ 'ਤੇ ਗਲਤੀ ਦੀ ਦਰ ਵੱਧ ਜਾਂਦੀ ਹੈ। ਤੀਸਰਾ ਹੈ ਬਹੁਤ ਪਤਲੀ ਤਾਰ ਹੋਣ ਕਰਕੇ ਆਸਾਨੀ ਨਾਲ ਟੁੱਟ ਜਾਂਦੀ ਹੈ, ਇਸ ਲਈ ਇਹ ਤਾਰ ਬ੍ਰੌਡਬੈਂਡ ਕਨੈਕਸ਼ਨ ਲਈ ਸਹੀ ਨਹੀਂ ਹੁੰਦੀ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਫਾਈਬਰ ਆਪਟੀਕਲ ਕੇਬਲ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ।
ਸੋ ਇਹ ਕੇਬਲ ਕੱਚ ਦੇ ਹਜ਼ਾਰਾਂ ਪਤਲੇ ਰੇਸ਼ਿਆਂ ਤੋਂ ਬਣੀ ਹੁੰਦੀ ਹੈ। ਹਰੇਕ ਸ਼ੀਸ਼ੇ ਦਾ ਇੱਕ ਰੇਸ਼ਾ ਇੱਕ ਬਾਲ ਵਾਂਗ ਪਤਲਾ ਹੁੰਦਾ ਹੈ, ਜਿਸ ਵਿੱਚ ਰੋਸ਼ਨੀ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਵਿੱਚ ਰੋਸ਼ਨੀ ਦੀ ਇੱਕ ਕਿਰਨ ਨੂੰ ਮਿਲੀਅਨ ਬਿਟ ਪਰ ਸੈਕਿੰਡ ਦੀ ਗਤੀ ਨਾਲ ਭੇਜਿਆ ਜਾਂਦਾ ਹੈ। ਇੱਕ ਫਾਈਬਰ ਕੇਬਲ ਕੁਝ ਟੈਲੀਵਿਜ਼ਨ ਸਿਗਨਲ ਅਤੇ ਹਜ਼ਾਰਾਂ ਟੈਲੀਫੋਨ ਲਾਈਨਾਂ ਦੇ ਸਿਗਨਲ ਨੂੰ ਟ੍ਰਾਂਸਫਰ ਕਰ ਸਕਦੀ ਹੈ। ਇਸ ਕੇਬਲ ਦਾ ਆਕਾਰ ਅਤੇ ਭਾਰ ਕੋਐਕਸੀਅਲ ਕੇਬਲ ਦੇ ਮੁਕਾਬਲੇ ਘੱਟ ਹੁੰਦਾ ਹੈ ਅਤੇ ਡਾਟਾ ਟ੍ਰਾਂਸਫਰ ਦਰ ਵੀ ਕੋਐਕਸੀਅਲ ਕੇਬਲ ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਸੋ ਅੱਗੇ ਅਸੀਂ ਹੁਣ ਇਸ ਦੇ ਫਾਇਦੇ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਫਾਇਦਾ ਹੈ, ਇੱਕ ਸਿੰਗਲ ਮੋਡ ਫਾਈਬਰ ਨੂੰ ਤਾਂਬੇ ਦੀ ਵੱਡੀ ਅਤੇ ਭਾਰੀ ਤਾਰ ਦੀ ਥਾਂ 'ਤੇ ਵਰਤਿਆ ਜਾ ਸਕਦਾ ਹੈ। ਦੂਸਰਾ ਫਾਇਦਾ ਹੈ, ਉੱਚ ਬੈਂਡਵਿਡਥ ਉਦਯੋਗਿਕ ਅਤੇ ਸ਼ੋਰ ਵਾਲੇ ਖੇਤਰਾਂ ਲਈ ਇਹ ਢੁਕਵੀਂ ਸਾਬਿਤ ਹੁੰਦੀ ਹੈ। ਤੀਸਰਾ ਹੈ, ਇਸ ਵਿੱਚ ਡਾਟਾ ਸਿਗਨਲ ਕਮਜ਼ੋਰ ਨਹੀਂ ਪੈਂਦੇ ਅਤੇ ਲੰਬੀ ਦੂਰੀ ਤੱਕ ਡਾਟਾ ਭੇਜਿਆ ਜਾ ਸਕਦਾ ਹੈ। ਅੱਗੇ ਇਸ ਦੇ ਨੁਕਸਾਨ ਬਾਰੇ ਜਾਣ ਲੈਂਦੇ ਹਾਂ। ਆਪਟੀਕਲ ਫਾਈਬਰ ਕੇਬਲ ਮਹਿੰਗੀ ਹੁੰਦੀ ਹੈ। ਆਪਟੀਕਲ ਫਾਈਬਰ ਕੇਬਲ ਨੂੰ ਪਾਲਿਸ਼ ਕਰਨਾ ਪੈਂਦਾ ਹੈ ਤਾਂ ਜੋ ਥੋੜ੍ਹੇ ਜਿਹੇ ਨੁਕਸਾਨ ਦੇ ਨਾਲ ਪ੍ਰਕਾਸ਼ ਨੂੰ ਭੇਜਿਆ ਜਾ ਸਕੇ। ਸੋ ਪ੍ਰਕਾਸ਼ ਦੀਆਂ ਤਰੰਗਾਂ ਯੂਨੀ ਡਾਇਰੈਕਸ਼ਨਲ ਹੁੰਦੀਆਂ ਹਨ, ਇਸ ਲਈ ਫੁੱਲ ਡੁਪਲੈਕਸ ਸੰਚਾਰ ਲਈ 2 ਫ੍ਰੀਕੁਐਂਸੀਆਂ ਦੀ ਲੋੜ ਪੈਂਦੀ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਸੰਚਾਰ ਮੋਡ ਕੀ ਹੈ, ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ। ਕਿਸੇ ਨੈਟਵਰਕ ਨਾਲ ਜੁੜੇ ਦੋ ਯੰਤਰ ਆਪਸ ਵਿੱਚ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ ਸੰਚਾਰ ਮੋਡ ਕਿਹਾ ਜਾਂਦਾ ਹੈ। ਇਹ ਇੱਕ ਦੂਜੇ ਨਾਲ ਜੁੜੇ ਉਪਕਰਨਾਂ ਦੇ ਵਿਚਕਾਰ ਸਿਗਨਲ ਦੇ ਵਹਾਅ ਦੀ ਦਿਸ਼ਾ ਵੀ ਦੱਸਦੇ ਹਨ। ਸੰਚਾਰ ਮੋਡ ਦੀਆਂ 3 ਕਿਸਮਾਂ ਹਨ, ਜਿਸ ਵਿੱਚ ਪਹਿਲਾਂ ਸਾਡੇ ਕੋਲ ਸਿੰਪਲੈਕਸ ਮੋਡ। ਸਿੰਪਲੈਕਸ ਮੋਡ ਵਿੱਚ ਡਾਟੇ ਦਾ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ, ਭਾਵ ਸੂਚਨਾ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦੀ ਹੈ ਅਤੇ ਇੱਕ ਪਾਸੇ ਟ੍ਰੈਫਿਕ ਹੋਣ ਕਰਕੇ ਸਿਗਨਲ ਸੈਂਟਰ ਕੋਲ ਵਾਪਸ ਨਹੀਂ ਭੇਜੇ ਜਾ ਸਕਦੇ। ਦੋ ਜੁੜੇ ਹੋਏ ਯੰਤਰਾਂ ਵਿੱਚੋਂ ਇੱਕ ਹੀ ਡਾਟਾ ਟ੍ਰਾਂਸਫਰ ਕਰ ਸਕਦਾ ਹੈ ਅਤੇ ਦੂਜਾ ਯੰਤਰ ਡਾਟਾ ਪ੍ਰਾਪਤ ਕਰ ਸਕਦਾ ਹੈ। ਇਸ ਦੀਆਂ ਸਾਡੇ ਕੋਲ 3 ਉਦਾਹਰਨਾਂ ਨੇ, ਕੀਬੋਰਡ, ਮਾਊਸ ਅਤੇ ਟੈਲੀਵਿਜ਼ਨ। ਦੂਸਰਾ ਸਾਡੇ ਕੋਲ ਹੈ ਫੁੱਲ ਹਾਫ ਡੁਪਲੈਕਸ ਮੋਡ। ਹਾਫ ਡੁਪਲੈਕਸ ਵਿੱਚ ਡਾਟੇ ਦਾ ਸੰਚਾਰ ਦੋਨਾਂ ਯੰਤਰਾਂ ਵਿਚਕਾਰ ਹੁੰਦਾ ਹੈ, ਭਾਵ ਸੈਂਡਰ ਅਤੇ ਰਿਸੀਵਰ ਦੋਨੋਂ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ, ਪਰ ਇੱਕ ਸਮੇਂ ਤੇ ਇੱਕ ਹੀ ਦਿਸ਼ਾ ਵਿੱਚ ਡਾਟਾ ਭੇਜਿਆ ਜਾ ਸਕਦਾ ਹੈ। ਇਸ ਟ੍ਰਾਂਸਮਿਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕੋ ਸਮੇਂ ਤੇ ਡਾਟਾ ਸੰਚਾਰ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦੀ ਉਦਾਹਰਨ ਹੈ ਸਾਡੇ ਕੋਲ ਵਾਕੀ ਟਾਕੀ। ਤੀਸਰਾ ਸਾਡੇ ਕੋਲ ਸੰਚਾਰ ਮੋਡ ਹੈ ਫੁੱਲ ਡੁਪਲੈਕਸ ਮੋਡ। ਫੁੱਲ ਡੁਪਲੈਕਸ ਮੋਡ ਰਾਹੀਂ ਇੱਕੋ ਸਮੇਂ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਡਾਟੇ ਦਾ ਸੰਚਾਰ ਕਰ ਸਕਦੇ ਹਨ। ਫੁੱਲ ਡੁਪਲੈਕਸ ਵਿੱਚ ਡਾਟਾ ਸੰਚਾਰ ਦੀ ਸਮਰੱਥਾ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਦੋਨੋਂ ਡਾਟਾ ਸੰਚਾਰ ਕਰ ਸਕਣ, ਅਤੇ ਇਸ ਦੀ ਉਦਾਹਰਨ ਟੈਲੀਫੋਨ ਲਾਈਨ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅਤੇ ਤੁਸੀਂ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਨਾਲ ਤੁਹਾਨੂੰ ਬਾਕੀ ਵੀ ਲੈਸਨ ਦੀ ਜਿਹੜੀ ਵੀਡੀਓਜ਼ ਹੈ ਉਸ ਦੀ ਨੋਟੀਫਿਕੇਸ਼ਨ ਮਿਲਦੀ ਰਹੇ, ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।